आओ पंजाब भारत पूरे विश्व की शांति ते खुशहाली लई मिल के इबादत ते प्रार्थना करिए। सो साडे जीवन का ਵੱਧ ਤੋਂ ਵੱਧ ਸਮਾਂ ਜਿਹੜਾ ਆ ਉਹ ਪਰਮੇਸ਼ਰ ਦੇ ਨਾਲ ਬਤੀਤ ਹੋਣਾ ਚਾਹੀਦਾ। ਜੀਵਨ ਦਾ ਰੋਜ਼ ਦਾ ਸਾਡਾ ਸਮਾਂ ਜਿਹੜਾ ਆ ਉਹ ਵੱਧ ਤੋਂ ਵੱਧ ਪਰਮੇਸ਼ਰ ਦੇ ਨਾਲ ਬਤੀਤ ਹੋਣਾ ਚਾਹੀਦਾ ਹੈ। ਜਦੋਂ ਅਸੀਂ ਉਹਦੇ ਨਾਲ ਬਤੀਤ ਕਰਾਂਗੇ ਵੱਧ ਤੋਂ ਵੱਧ ਸਮਾਂ, ਤੇ ਪਰਮੇਸ਼ਰ ਸਾਡੀ ਹਰ ਮੁਸ਼ਕਲ ਦਾ ਹੱਲ ਕਰੇਗਾ ਤੇ ਹਰ ਮੁਸੀਬਤ ਤੋਂ ਆਫਤ ਤੋਂ ਸਾਨੂੰ ਛੁਟਕਾਰਾ ਦੇਊਗਾ। ਸੋ ਇਸ ਕਰਕੇ ਸਾਡਾ ਸਮਾਂ ਜਿਹੜਾ ਆ ਪ੍ਰਾਰਥਨਾ ਦੇ ਵਿੱਚ ਵੀ ਵੱਧ ਤੋਂ ਵੱਧ ਬਤੀਤ ਹੋਣਾ ਚਾਹੀਦਾ। ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਵੱਧ ਤੋਂ ਵੱਧ ਸਮਾਂ ਬਤੀਤ ਕਰਾਂਗੇ ਤੇ ਪਰਮੇਸ਼ਰ ਸਾਡੀ ਹਰ ਇੱਕ ਗੱਲ ਨੂੰ ਸੁਣ ਕੇ ਉਹਨੂੰ ਪੂਰਿਆ ਕਰੇਗਾ। ਬਚਨ ਵੀ ਪੜ੍ਹਨਾ ਆ, ਮੰਨਣਾ ਵੀ ਬਚਨ, ਸੰਗਤ ਵੀ ਕਰਨੀ ਆ, ਪਰ ਸਾਡਾ ਜਿਹੜਾ ਸਮਾਂ ਘਰਾਂ ਦੇ ਵਿੱਚ ਵੱਧ ਤੋਂ ਵੱਧ ਉਹ ਪ੍ਰਭੂ ਦੇ ਨਾਲ ਬਤੀਤ ਹੋਣਾ ਚਾਹੀਦਾ। ਪ੍ਰਾਰਥਨਾ ਦੇ ਵਿੱਚ ਸਾਡਾ ਸਮਾਂ ਬਤੀਤ ਹੋਣਾ ਚਾਹੀਦਾ। ਜਦੋਂ ਅਸੀਂ ਇੱਦਾਂ ਕਰਾਂਗੇ ਤੇ ਬੜੀ ਆਸ਼ੀਸ਼ ਵਾਲੀ ਗੱਲ ਹੋਊਗੀ ਸਾਡੇ ਲਈ। ਸਾਨੂੰ ਆਪਣੇ ਪੁੱਤਰ ਆਤਮਾ ਦੇ ਨਾਲ ਭਰਪੂਰ ਕਰੇਗਾ ਤੇ ਹਰ ਜਿਹੜਾ ਸਾਡਾ ਮਸਲਾ ਆ ਪਰਮੇਸ਼ਰ ਉਹਨੂੰ ਮਸਲੇ ਨੂੰ ਸੁਣ ਕੇ ਹੱਲ ਕਰੂਗਾ। ਸੋ ਜਿੰਨੇ ਅਸੀਂ ਪ੍ਰਭੂ ਦੀ ਹਜ਼ੂਰੀ 'ਚ ਬੈਠੇ ਹਾਂ, ਅਸੀਂ ਸਾਰੇ ਆਪਣੇ ਆਪ ਨੂੰ ਜਾਣਦੇ ਹਾਂ, ਸਾਰੇ ਅਸੀਂ ਆਪਣੇ ਆਪ ਨੂੰ ਜਾਣਦੇ ਹਾਂ ਤੇ ਸਾਡਾ ਪ੍ਰਭੂ ਵੀ ਸਾਨੂੰ ਜਾਣਦਾ ਆ ਕਿ ਕਿੰਨਾ ਕੁ ਸਮਾਂ ਅਸੀਂ ਉਹਦੇ ਨਾਲ ਬਤੀਤ ਕਰਦੇ ਹਾਂ, ਕਿੰਨਾ ਸਮਾਂ ਬਤੀਤ ਕਰਦੇ ਹਾਂ, ਕਿੰਨੀ ਸਮਾਂ ਅਸੀਂ ਪ੍ਰਾਰਥਨਾ ਕਰਦੇ ਹਾਂ। ਤੇ ਅਸੀਂ ਵੀ ਜਾਣਦੇ ਹਾਂ ਤੇ ਸਾਡਾ ਪ੍ਰਭੂ ਵੀ ਜਾਣਦਾ ਆ। ਤੇ ਅਸੀਂ ਪ੍ਰਭੂ ਦੇ ਜੀਵਨ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਵੀ ਪ੍ਰਭੂ ਭਾਵੇਂ ਪ੍ਰਭੂ ਸੀ ਮਨੁੱਖ ਬਣਿਆ, ਪ੍ਰਭੂ ਸਾਡੇ ਵਰਗਾ ਮਨੁੱਖ ਬਣ ਕੇ ਧਰਤੀ ਤੇ ਆਇਆ। ਤੇ ਜਦੋਂ ਅਸੀਂ ਉਹਦੇ ਜੀਵਨ ਦੇ ਵਿੱਚ ਵੀ ਦੇਖਦੇ ਹਾਂ ਤੇ ਪ੍ਰਭੂ ਦਾ ਜੀਵਨ ਵੀ ਬਹੁਤ ਪ੍ਰਾਰਥਨਾ ਵਾਲਾ ਸੀ। ਪ੍ਰਭੂ ਦਾ ਬਚਨ ਆ, ਪ੍ਰਭੂ ਨੇ ਕੋਈ ਪਾਪ ਨਹੀਂ ਕੀਤਾ, ਪ੍ਰਭੂ ਨੇ ਕੋਈ ਪਾਪ ਨਹੀਂ ਕੀਤਾ। ਆਪਣੇ ਤੋਂ ਤਾਂ ਬਹੁਤ ਪਾਪ ਹੋਏ ਆ, ਹੁਣ ਵੀ ਕਿਹੜੇ ਆਪਾਂ ਪੂਰੀ ਤਰ੍ਹਾਂ ਸਿੱਧ ਹੋ ਗਏ ਆ, ਹੁਣ ਵੀ ਕਿਤੇ ਕਿਤੇ ਨਾ ਕੁਛ ਭੁੱਲਾਂ ਗਲਤੀਆਂ ਹੁੰਦੀਆਂ ਰਹਿੰਦੀਆਂ। ਹੁਣ ਜਿਹਨੇ ਕੋਈ ਪਾਪ ਨਹੀਂ ਕੀਤਾ ਉਹਦਾ ਜੀਵਨ ਕਿੰਨਾ ਜ਼ਿਆਦਾ ਸੀ ਪ੍ਰਾਰਥਨਾ ਕਰਨ ਵਾਲਾ, ਜਿਹਦੇ ਦੁਆਰਾ ਉਦੋਂ ਲੋਕਾਂ ਨੂੰ ਆਸ਼ੀਸ਼ ਮਿਲੀ, ਉਦੋਂ ਤੋਂ ਲੈ ਕੇ ਹੁਣ ਤਾਈਂ ਲੋਕਾਂ ਨੂੰ ਆਸ਼ੀਸ਼ ਮਿਲ ਰਹੀ ਆ। ਔਰ ਪ੍ਰਭੂ ਜੀ ਜਿਸ ਮਕਸਦ ਲਈ ਇਸ ਧਰਤੀ ਤੇ ਆਏ ਸੀ, ਆਗਿਆਕਾਰੀ 'ਚ ਰਹਿ ਕੇ ਆਪਣੀ ਕੁਰਬਾਨੀ ਦੇਣ ਲਈ, ਤੇ ਉਹ ਸਾਰੇ ਮਕਸਦ ਨੂੰ ਪੂਰਾ ਕਰ ਸਕੇ। ਤੇ ਜਦੋਂ ਪ੍ਰਾਰਥਨਾ ਵਾਲਾ ਅਸੀਂ ਜੀਵਨ ਦੇਖਦੇ ਹਾਂ ਤੇ ਬਾਈਬਲ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤੇ ਬਹੁਤ ਜ਼ਿਆਦਾ ਸਾਨੂੰ ਨਜ਼ਰ ਆਉਂਦਾ ਆ। ਜਿੱਦਾਂ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਅਸੀਂ ਦੇਖ ਸਕਦੇ ਹਾਂ ਪ੍ਰਭੂ ਯਿਸੂ ਮਸੀਹ ਦਿਨੇ ਤੜਕੇ ਰਾਤ ਨੂੰ ਕਿਸ ਤਰ੍ਹਾਂ ਪ੍ਰਭੂ ਜੀ ਪ੍ਰਾਰਥਨਾ ਕਰਦੇ ਸੀ। ਸੋ ਪਵਿੱਤਰ ਵਚਨ ਦੇ ਵਿੱਚ ਅਸੀਂ ਪੜਾਂਗੇ, ਲੂਕਾ ਦੀ ਅੰਜੀਲ ਅਸੀਂ ਕੱਢ ਸਕਦੇ ਹਾਂ 3 ਅਧਿਆਏ, ਉਹਦੀ 21 ਐਤ ਅਸੀਂ ਪੜਾਂਗੇ। ਲੂਕਾ ਦੀ ਅੰਜੀਲ 3 ਅਧਿਆਏ ਉਹਦੀ 21 ਐਤ ਅਸੀਂ ਪੜਾਂਗੇ। ਇੱਥੇ ਪ੍ਰਭੂ ਜੀ ਦਾ ਅਸੀਂ ਪ੍ਰਾਰਥਨਾ ਕਰਦੇ ਹੋਏ ਅਸੀਂ ਦੇਖ ਸਕਦੇ ਹਾਂ ਪ੍ਰਾਰਥਨਾ ਵਾਲਾ ਜਿਹੜਾ ਪ੍ਰਭੂ ਦਾ ਜੀਵਨ ਸੀ, ਤੇ ਅਸੀਂ ਆਪਣੇ ਜੀਵਨਾਂ ਤੇ ਵੀ ਗੌਰ ਕਰਨਾ। ਹਾਂਜੀ ਪੜ੍ਹ ਦਿਓ। ਜਾਂ ਸਾਰੇ ਲੋਕ ਬਪਤਿਸਮਾ ਲੈ ਹਟੇ ਅਰੇ ਯੀਸ਼ੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਇਉਂ ਹੋਇਆ ਜੋ ਆਕਾਸ਼ ਖੁੱਲ ਗਿਆ। ਬਸ ਇੱਥੇ ਹੁਣ ਅਸੀਂ ਸੁਣਿਆ ਪ੍ਰਭੂ ਜੀ ਬਪਤਿਸਮਾ ਲੈ ਰਹੇ ਸੀ, ਜਦੋਂ ਲੈ ਕੇ ਤੇ ਪ੍ਰਭੂ ਜੀ ਨੇ ਪ੍ਰਾਰਥਨਾ ਕੀਤੀ। ਯਹੰਨਾ ਬਪਤਿਸਮਾ ਦੇ ਰਿਹਾ ਸੀ ਤੇ ਪ੍ਰਭੂ ਵੀ ਬਪਤਿਸਮਾ ਲੈਣ ਲਈ ਆਏ, ਤੇ ਬਪਤਿਸਮਾ ਲੈ ਕੇ ਜਦੋਂ ਪਾਣੀ ਤੋਂ ਉੱਪਰ ਆਏ ਆ ਤੇ ਪ੍ਰਾਰਥਨਾ ਕਰ ਰਹੇ ਸੀ। ਜਦੋਂ ਪ੍ਰਾਰਥਨਾ ਕਰ ਰਹੇ ਸੀ ਤੇ ਆਕਾਸ਼ ਕੀ ਹੋ ਗਿਆ? ਖੁੱਲ ਗਿਆ। ਹਾਲੇਲੂਇਆ, ਹਾਲੇਲੂਇਆ। ਇਹ ਪ੍ਰਾਰਥਨਾ ਨਾਲ ਹੀ ਆਕਾਸ਼ ਖੁੱਲਣਾ ਆ। ਇਹ ਪ੍ਰਾਰਥਨਾ ਨਾਲ ਹੀ ਆਕਾਸ਼ ਖੁੱਲ ਗਿਆ। ਅਗਲੀ ਐਤ ਵੀ ਪੜ੍ਹ ਦਿਓ। ਹਾਂਜੀ।
ਅਤੇ ਪਵਿੱਤਰ ਆਤਮਾ ਦੇਹ ਦਾ ਰੂਪ ਧਾਰ ਕੇ ਕਬੂਤਰ ਦੀ ਨਿਆਈ ਉਸ ਉੱਤੇ ਉਤਰਿਆ। ਹਾਂ, ਆਕਾਸ਼ ਖੁੱਲ ਗਿਆ। ਪਹਿਲਾਂ ਪ੍ਰਾਰਥਨਾ ਕਰ ਰਹੇ ਸੀ, ਫਿਰ ਪਵਿੱਤਰ ਆਤਮਾ ਕਬੂਤਰ ਦੇ ਰੂਪ ਚ ਆਇਆ। ਕਬੂਤਰ ਪਵਿੱਤਰਤਾਈ ਤੇ ਕੋਮਲਤਾ ਨੂੰ ਦਰਸਾਉਂਦਾ ਹੈ। ਕਬੂਤਰ ਪਵਿੱਤਰਤਾਈ ਤੇ ਕੋਮਲਤਾ ਨੂੰ ਦਰਸਾਉਂਦਾ। ਪਵਿੱਤਰ ਆਤਮਾ ਜਿਹੜਾ ਪਵਿੱਤਰ ਆ ਤੇ ਉਹਦਾ ਸੁਭਾਅ ਵੀ ਕੋਮਲਤਾ ਵਾਲਾ ਆ। ਤੇ ਜਦੋਂ ਜ਼ਿਆਦਾ ਇਨਸਾਨ ਦੇ ਜੀਵਨ 'ਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਨਾ, ਫਿਰ ਬੰਦਾ ਸਖਤ ਨਹੀਂ ਬਣਦਾ, ਹਠੀ ਨਹੀਂ ਬਣਦਾ, ਉਹ ਕੋਮਲ ਹੀ ਬਣ ਜਾਂਦਾ, ਜਿੱਦਾਂ ਪ੍ਰਭੂ ਯਿਸੂ ਮਸੀਹ ਕੋਮਲ ਸੀ। ਹਾਲੇਲੂਇਆ। ਹੁਣ ਦੇਖੋ, ਪ੍ਰਾਰਥਨਾ ਕਰ ਰਹੇ ਸੀ, ਆਕਾਸ਼ ਖੁੱਲਾ ਤੇ ਪਵਿੱਤਰ ਆਤਮਾ ਉਤਰਿਆ। ਅੱਗੇ ਪੜ੍ਹ ਦਿਓ। ਹਾਂਜੀ। ਅਤੇ ਇੱਕ ਸੁਰਗੀ ਬਾਣੀ ਆਈ, ਤੂੰ ਮੇਰਾ ਪਿਆਰਾ ਪੁੱਤਰ ਹੈ, ਤੇਥੋਂ ਮੈਂ ਪ੍ਰਸੰਨ ਹਾਂ। ਹਾਲੇਲੂਇਆ। ਆਵਾਜ਼ ਵੀ ਆਈ, ਸਵਰਗੀ ਬਾਣੀ। ਕਿਹਦੀ ਆਵਾਜ਼ ਸੀ? ਪਿਤਾ ਪਰਮੇਸ਼ਰ ਦੀ ਆਵਾਜ਼ ਸੀ। ਤੇ ਆਵਾਜ਼ ਇਹ ਆਈ, ਤੂੰ ਮੇਰਾ ਪਿਆਰਾ ਪੁੱਤਰ ਆ, ਤੇਤੋਂ ਮੈਂ ਕੀਆ। ਇਹ ਪ੍ਰਸੰਨ ਕਰਨ ਵਾਲੀ ਆ ਗੱਲ ਇਹ। ਹਾਲੇਲੂਇਆ। ਤੁਸੀਂ ਦੇਖੋ, ਪ੍ਰਾਰਥਨਾ ਤੋਂ ਬਾਅਦ ਚ ਕਿੰਨੀਆਂ ਗੱਲਾਂ ਹੋ ਗਈਆਂ। ਆਕਾਸ਼ ਖੁੱਲ ਗਿਆ, ਪਵਿੱਤਰ ਆਤਮਾ ਆ ਗਿਆ ਤੇ ਸੁਰਗੀ ਪਿਤਾ ਦੀ ਆਵਾਜ਼ ਵੀ ਆ ਗਈ। ਇਹ ਜਦੋਂ ਜ਼ਿਆਦਾ ਤੋਂ ਜ਼ਿਆਦਾ ਟਾਈਮ ਬਤੀਤ ਕਰੋਗੇ, ਲੈ ਜਿੱਦਾਂ ਪ੍ਰਭੂ ਨਾਲ ਹੋਇਆ ਇਦਾਂ ਹੀ ਹੋਊ ਆਪਣੇ ਨਾਲ, ਇਦਾਂ ਹੀ ਹੋਊਗੀ ਗੱਲ। ਆਕਾਸ਼ ਖੁੱਲ ਜਾਓ, ਪਵਿੱਤਰ ਆਤਮਾ ਜੀਵਨ ਚ ਵਸਣਾ ਸ਼ੁਰੂ ਕਰਨ ਲੱਗ ਪਊ, ਭਰਪੂਰੀ ਨਾਲ ਕੰਮ ਕਰਨ ਲੱਗ ਪਊ ਤੇ ਪਰਮੇਸ਼ਰ ਦੀ ਆਵਾਜ਼ ਵੀ ਤੁਹਾਨੂੰ ਸੁਣਾਈ ਦੇਵੇਗੀ। ਤੇ ਅੱਗੇ ਗੱਲ, ਪਰਮੇਸ਼ਰ ਪ੍ਰਸੰਨ ਹੋਊਗਾ। ਪਰਮੇਸ਼ਰ ਕੀ ਹੋਊਗਾ? ਪ੍ਰਸੰਨ ਹੋਊਗਾ। ਤੁਸੀਂ ਦੇਖੋ, ਪ੍ਰਾਰਥਨਾ ਤੋਂ ਬਾਅਦ ਕਿੰਨੇ ਕੰਮ ਹੋ ਗਏ। ਆਕਾਸ਼ ਖੁੱਲ ਗਿਆ, ਪਵਿੱਤਰ ਆਤਮਾ ਆ ਗਿਆ ਤੇ ਪਰਮੇਸ਼ਰ ਦੀ ਆਵਾਜ਼ ਵੀ ਸੁਣ ਲਈ। ਤੇ ਚੌਥੀ ਗੱਲ, ਆਵਾਜ਼ ਕੀ ਕਹਿੰਦੀ ਆ? ਤੂੰ ਮੇਰਾ ਪਿਆਰਾ ਪੁੱਤਰ ਆ, ਤੇਤੋਂ ਮੈਂ ਕੀ ਆ। ਤੇ ਜਦੋਂ ਅਸੀਂ ਉਹਨੂੰ ਪ੍ਰਸੰਨ ਕਰ ਦਿੰਦੇ ਆ ਤੇ ਉਹ ਸਾਨੂੰ ਵੀ ਪ੍ਰਸੰਨ ਕਰ ਦਿੰਦਾ ਹੈ। ਇਸ ਕਰਕੇ ਨਾ ਪੂਰਾ ਗੌਰ ਕਰਨਾ, ਅੱਜ ਵਿਚਾਰ ਕਰਨਾ ਆਪਣੇ ਜੀਵਨ ਤੇ। ਜੇ ਚਾਹੁੰਦੇ ਆ ਆਕਾਸ਼ ਖੁੱਲ ਜਵੇ, ਕਿਉਂਕਿ ਮਿਲਣਾ ਸਾਰਾ ਕੁਝ ਉੱਪਰੋਂ ਹੀ ਆ। ਸੱਜੇ ਖੱਬੇ ਕਿਤੇ ਨਹੀਂ ਮਿਲਣਾ, ਸੱਜੇ ਖੱਬੇ ਕਿਤੇ ਵੀ ਉੱਪਰੋਂ ਹੀ ਮਿਲਣਾ। ਸਾਰਾ ਕੁਝ, ਸਾਰਾ ਕੁਝ ਉੱਪਰੋਂ ਮਿਲਣਾ ਆ। ਪਵਿੱਤਰ ਆਤਮਾ ਉਹ ਆ ਜਿਹਦੇ ਦੁਆਰਾ ਆਪਾਂ ਰਚੇ ਗਏ ਆ। ਪਵਿੱਤਰ ਆਤਮਾ ਉਹ ਜਿਹਦੇ ਦੁਆਰਾ ਧਰਤੀ, ਆਕਾਸ਼, ਸਾਰਾ ਕੁਝ ਰਚਿਆ ਗਿਆ। ਔਰ ਕਿੱਡੀ ਜ਼ਬਰਦਸਤ ਗੱਲ ਆ ਬਈ ਧਰਤੀ ਤੇ ਆਕਾਸ਼ ਜਿਹੜੇ ਆ ਉਹਦੇ ਵਿੱਚ ਸਮਾ ਨਹੀਂ ਸਕਦਾ, ਪਰ ਉਹ ਆਪਣੇ ਆਪ ਨੂੰ ਛੋਟਾ ਕਰਕੇ ਉਹਨੇ ਸਾਡੇ ਵਿੱਚ ਵਸਣਾ ਸ਼ੁਰੂ ਕਰ ਦਿੱਤਾ। ਹਾਲੇਲੂਇਆ। ਕਿੱਡੀ ਜ਼ਬਰਦਸਤ ਗੱਲ ਆ। ਸਭ ਤੋਂ ਸ੍ਰੇਸ਼ਟ ਗੱਲ ਹੈ, ਇਹ ਤੋਂ ਸ੍ਰੇਸ਼ਟ ਗੱਲ ਕੋਈ ਨਹੀਂ ਧਰਤੀ ਤੇ। ਬਈ ਉਹਦਾ ਆਤਮਾ ਤੁਹਾਡੇ ਵਿੱਚ ਆ ਕੇ ਬਸੇ। ਉਹ ਆਤਮਾ ਜਿਹਨੇ ਤੁਹਾਨੂੰ ਵੀ ਬਣਾਇਆ, ਤਾਂ ਜਿਹਨੇ ਸਾਰਾ ਕੁਝ ਹੀ ਬਣਾਇਆ, ਤਾਂ ਜਿਹਨੇ ਅਮਰ ਰਹਿਣਾ ਆ, ਤਾਂ ਜਿਹੜਾ ਸਰਵ ਸ਼ਕਤੀਮਾਨ ਪਰਮੇਸ਼ਰ ਆ। ਹਾਲੇਲੂਇਆ। ਸਭ ਤੋਂ ਸ੍ਰੇਸ਼ਟ ਗੱਲ ਆ, ਸਭ ਤੋਂ ਸ੍ਰੇਸ਼ਟ ਗੱਲ ਆ। ਤੁਹਾਨੂੰ ਬਣਾਉਣ ਵਾਲਾ, ਸਾਰੀ ਧਰਤੀ ਬਣਾਉਣ ਵਾਲਾ, ਸੂਰਜ, ਚੰਦਰਮਾ, ਤਾਰੇ, ਆਕਾਸ਼ ਬਣਾਉਣ ਵਾਲਾ, ਉਹ ਤੁਹਾਡੇ ਵਿੱਚ ਆ ਕੇ ਬਸਣ ਲੱਗ ਪਵੇ। ਸਭ ਤੋਂ ਸ੍ਰੇਸ਼ਟ ਗੱਲ ਹੈ। ਜਦੋਂ ਉਹ ਬਸਣ ਲੱਗ ਪਵੇ ਤਾਂ ਤੁਸੀਂ ਦੇਖੋ ਵੀ ਬਾਕੀ ਕੀ ਰਹਿ ਗਿਆ। ਉਹ ਜਿਹੜਾ ਬਣਾਉਣ ਵਾਲਾ ਉਹ ਤਾਂ ਤੁਹਾਡੇ 'ਚ ਬਸਦਾ ਆ ਕੇ। ਆਪਾਂ ਕਈ ਵਾਰੀ ਵਿਚਾਰਿਆ ਇਹ ਕਰਨ ਵਾਲੀ ਗੱਲ, ਕਈ ਵਾਰੀ ਆਪਾਂ ਉਹਨੂੰ ਸ੍ਰੇਸ਼ਟ ਸਮਝਣ ਦੀ ਬਜਾਏ ਆਪਾਂ ਦੁਨੀਆ ਦੀਆਂ ਚੀਜ਼ਾਂ ਨੂੰ ਸ੍ਰੇਸ਼ਟ ਸਮਝਣ ਲੱਗ ਪੈਂਦੇ ਆ। ਪਰ ਸਭ ਤੋਂ ਜ਼ਿਆਦਾ ਸ੍ਰੇਸ਼ਟ ਹੋਈ ਆ ਉਹ ਸਰਵ ਸ਼ਕਤੀਮਾਨ ਪਰਮੇਸ਼ਰ। ਉਹ ਤੁਹਾਡੇ ਵਿੱਚ ਬਸਣ ਲੱਗ ਪਏ ਆ ਕੇ। ਉਹ ਤੁਹਾਡੇ ਨਾਲ ਗੱਲਾਂ ਕਰੇ,
ਉਹ ਤੁਹਾਨੂੰ ਆਨੰਦ ਸ਼ਾਂਤੀ ਨਾਲ ਭਰੇ ਤੇ ਉਹਨੇ ਹੀ ਤੁਹਾਨੂੰ ਤੰਦਰੁਸਤੀ ਦੇਣੀ ਆ। ਤੇ ਉਹਦੇ ਮੋਰੇ ਦੁਨੀਆ ਦੀਆਂ ਚੀਜ਼ਾਂ ਕੱਖ ਨਹੀਂ ਹੈਗੀਆਂ। ਉਹਨੇ ਰਚੀਆਂ ਆ, ਉਹਨੇ ਰਚੀਆਂ ਆ। ਸਭ ਤੋਂ ਸ੍ਰੇਸ਼ਟ ਪ੍ਰਭੂ ਨੇ ਕਿਹਾ, ਕਿੰਨਾ ਵਧੇਕ ਉਹ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਦੇਵੇਗਾ। ਕਿੰਨਾ ਵਧੇਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਦੇਵੇਗਾ। ਬੇ ਸਭ ਤੋਂ ਸ੍ਰੇਸ਼ਟ ਚੀਜ਼ ਆ ਇਹ ਸਭ ਤੋਂ ਕੀਮਤੀ ਸ੍ਰੇਸ਼ਟ ਚੀਜ਼ ਆ ਇਹ। ਬੇ ਉਹ ਪਰਮੇਸ਼ਰ ਤੁਹਾਡੇ ਵਿੱਚ ਆ ਕੇ ਬਸਣ, ਉਹ ਫਿਰ ਇੱਕ ਨਜ਼ਾਰਾ ਵੱਖਰਾ ਹੀ ਹੋਣਾ। ਉਹ ਜਦੋਂ ਆਤਮਾ ਦੀ ਭਰਪੂਰੀ, ਉਹ ਇੱਕ ਨਜ਼ਾਰਾ ਵੱਖਰਾ ਹੀ ਹੋਣਾ ਉਹ। ਔਰ ਤੁਹਾਡੀ ਸਮਝ ਜਿਹੜੀ ਆ, ਇਸ ਗੱਲ ਦੀ ਸਮਝ ਆ ਜਾਣੀ ਆ ਬੇ ਸੱਚਮੁੱਚ ਉਹ ਸਰਬ ਸ਼ਕਤੀਮਾਨ ਪਰਮੇਸ਼ਰ ਦੇ ਸਾਹਮਣੇ ਦੁਨੀਆ ਦੀਆਂ ਚੀਜ਼ਾਂ ਕੁਛ ਨਹੀਂ ਹੈਗੀਆਂ। ਬੇ ਉਹ ਸਭ ਤੋਂ ਸ੍ਰੇਸ਼ਟ ਹੈ, ਉਹ ਮੇਰੇ ਵਿੱਚ ਵਸ ਰਿਹਾ ਆ ਤੇ ਉਹਨੇ ਸਮੇਂ ਨਾਲ ਮੇਰੀਆਂ ਲੋੜਾਂ ਵਧੀਆ ਪੂਰੀਆਂ ਕਰਨੀਆਂ। ਹਾਲੇਲੂਇਆ। ਪ੍ਰਾਰਥਨਾ ਕਰ ਰਹੇ ਸੀ ਪ੍ਰਭੂ ਜੀ, ਆਕਾਸ਼ ਖੁੱਲ ਗਿਆ, ਪਵਿੱਤਰ ਆਤਮਾ ਉਤਰਿਆ ਤੇ ਸੁਰਗੀ ਬਾਣੀ ਆਈ, ਤੂੰ ਮੇਰਾ ਪਿਆਰਾ ਪੁੱਤਰ ਆ, ਮੈਂ ਤੇਤੋਂ ਪਰਸਾਨਿਆ। ਇਹਦੇ ਪਿੱਛੇ ਹੀ ਆ ਸਾਰੀਆਂ ਆਸ਼ੀਸ਼ਾਂ ਲੁਕੀਆਂ। ਪਵਿੱਤਰ ਆਤਮਾ ਦੀ ਭਰਪੂਰੀ ਇਹਦੇ ਪਿੱਛੇ ਹੀ ਆ, ਆਕਾਸ਼ ਖੁੱਲਣਾ ਇਹਦੇ ਪਿੱਛੇ ਹੀ ਆ, ਪਿਤਾ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਇਹਦੇ ਪਿੱਛੇ ਹੀ ਆ, ਤੇ ਉਹਨੂੰ ਪ੍ਰਸੰਨ ਕਰਨਾ ਇਹ ਵੀ ਇਹਦੇ ਨਾਲ ਹੀ ਜੁੜਿਆ ਹੈ। ਹਾਲੇਲੂਇਆ, ਹਾਲੇਲੂਇਆ। 6 ਅਧਿਆਏ ਇਹਦੀ 12, ਲੂਕਾ ਦੀ 6 ਅਧਿਆਏ ਇਹਦੀ 12 ਐਤ ਪੜੋ। ਉਨੀ ਦਿਨੀ ਅਜਿਹਾ ਹੋਇਆ ਜੋ ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਗਿਆ ਔਰ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦਿਆਂ ਸਾਰੀ ਰਾਤ ਕੱਟੀ। ਬਸ ਜੀ, ਹਾਲੇਲੂਇਆ। ਕਦੀ ਧਿਆਨ ਇਦਾਂ ਹੋਇਆ ਵੀ ਰਾਤ ਨੂੰ ਤੁਹਾਨੂੰ ਨੀਂਦ ਨਾ ਆਈ ਹੋਵੇ? ਹੁੰਦਾ ਨਾ ਇਦਾਂ, ਮੇਰੇ ਨਾਲ ਤਾਂ ਹੋਇਆ ਕਈ ਵਾਰੀ ਇਦਾਂ ਵੀ ਨੀਂਦ ਨਹੀਂ ਆਉਂਦੀ, ਬੰਦਾ ਪਾਸੇ ਮਾਰਦਾ ਰਹਿੰਦਾ, ਹੁੰਦੀ ਨਾ ਗੱਲ। ਹਾਲੇਲੂਇਆ। ਪਰ ਇੱਥੇ ਅਸੀਂ ਬਚਨ ਚੋਂ ਪੜ੍ਹਿਆ, ਪ੍ਰਭੂ ਜੀ ਨੇ ਪ੍ਰਾਰਥਨਾ ਕਰਦਿਆਂ ਸਾਰੀ ਰਾਤ ਕੱਟੀ। ਅੱਛਾ, ਹੋਇਆ ਕੀ? ਇਹਦੀ 19 ਐਤ ਵੀ ਪੜੋ। ਹੋਇਆ ਕੀ? ਹਾਂਜੀ। ਔਰ ਸਾਰੇ ਲੋਕ ਉਹਨੂੰ ਛੋਹਣਾ ਚਾਹੁੰਦੇ ਸਨ, ਇਸ ਲਈ ਜੋ ਸ਼ਕਤੀ ਉਸ ਤੋਂ ਨਿਕਲ ਕੇ ਸਭਨਾਂ ਨੂੰ ਚੰਗਾ ਕਰਦੀ ਸੀ। ਇਹ ਰਿਜ਼ਲਟ ਆਇਆ। ਹੋਇਆ ਕੀ? ਸਾਰੀ ਰਾਤ ਪ੍ਰਾਰਥਨਾ ਕੀਤੀ। ਦਿਨ ਦੀ ਗੱਲ ਹੈ ਇਹ, ਦੂਜੇ ਦਿਨ ਦੀ ਗੱਲ ਇਹ, ਦੂਜੇ ਦਿਨ ਦੀ ਆ ਗੱਲ ਇਹ। ਸਾਰੀ ਰਾਤ ਪ੍ਰਾਰਥਨਾ ਕੀਤੀ ਤੇ ਦਿਨੇ ਕੀ ਹੋਇਆ? ਲੋਕੀ ਛੂਹਣਾ ਚਾਹੁੰਦੇ ਸੀ। ਕਿਉਂ? ਕਿਉਂਕਿ ਸ਼ਕਤੀ ਨਿਕਲ ਕੇ ਲੋਕਾਂ ਨੂੰ ਚੰਗਾ ਕਰਦੀ ਸੀ। ਹਾਲੇਲੂਇਆ। ਚੰਗਿਆਈ ਵੀ ਇਹਦੇ ਨਾਲ ਹੀ ਜੁੜੀ ਆ। ਹੁਣ ਤੁਸੀਂ ਦੇਖੋ, ਪ੍ਰਭੂ ਜੋ ਸ਼ਕਤੀ ਨਿਕਲ ਕੇ ਲੋਕਾਂ ਨੂੰ ਚੰਗਿਆ ਕਰਦੀ ਸੀ, ਉਹ ਰਾਤ ਨੂੰ ਸਾਰੀ ਰਾਤ ਪ੍ਰਾਰਥਨਾ ਕਰਦੇ ਰਹੇ। ਹੁਣ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਕਿ ਉਹ ਸ਼ਕਤੀ ਤੁਹਾਨੂੰ ਨਹੀਂ ਚੰਗਿਆ ਕਰੂ, ਵਿਚਾਰ ਕਰੋ। ਪ੍ਰਭੂ ਜੋ ਸ਼ਕਤੀ ਨਿਕਲ ਕੇ ਤਾਂ ਲੋਕਾਂ ਨੂੰ ਕੀ ਕਰਦੀ ਸੀ? ਚੰਗਿਆ ਕਰਦੀ ਸੀ ਨਾ। ਤੇ ਜੇ ਤੁਸੀਂ ਪ੍ਰਾਰਥਨਾ ਵਾਲਾ ਜੀਵਨ ਬਣਾ ਲਓਗੇ ਤੇ ਉਹ ਸ਼ਕਤੀ ਆ ਕੇ ਤੁਹਾਨੂੰ ਨਹੀਂ ਚੰਗਿਆ ਕਰੂ। ਸਮਝ ਲਓ ਗੱਲ ਇਹ। ਹਾਲੇਲੂਇਆ। ਲੱਗਦੀ ਸਮਝ? ਸਾਰੀ ਰਾਤ ਪ੍ਰਾਰਥਨਾ ਕੀਤੀ ਤੇ ਜਦੋਂ ਦਿਨ ਚੜਿਆ ਤੇ ਲੋਕੀ ਛੂਹਣਾ ਚਾਹੁੰਦੇ ਸੀ। ਕਿਉਂ? ਕਿਉਂਕਿ ਛੂਹ ਕੇ ਕਿਰਪਾ ਹੋਈ ਜਾਂਦੀ ਸੀ ਲੋਕਾਂ ਦੇ। ਜੇ ਏਦਾਂ ਤੁਸੀਂ ਬਣਾ ਲਓਗੇ ਰੁਟੀਨ ਆਪਣੀ ਵੱਧ ਤੋਂ ਵੱਧ ਪ੍ਰਾਰਥਨਾ ਦੀ, ਤੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਆਉਣ ਵਾਲੇ ਦਿਨਾਂ 'ਚ ਆਪਣੇ ਵਿੱਚੋਂ ਵੀ ਬਹੁਤ ਸਾਰੇ ਇਦਾਂ ਦੇ ਹੋ ਜਾਣਗੇ। ਸੰਤ ਪੌਲਸ ਨਾਲ ਵੀ ਇਦਾਂ ਸੀ। ਰਮਾਲ ਤੇ ਪਟ ਕੇ ਸਰੀਰ ਨਾਲ ਛੁਆ ਕੇ
ਤਾਂ ਲੋਕੀ ਘਰਾਂ 'ਚ ਆਪਣੇ ਬਿਮਾਰਾਂ ਤੇ ਪਾ ਦਿੰਦੇ ਸੀ ਤੇ ਉਹ ਬਿਮਾਰ ਚੰਗੇ ਹੋ ਜਾਂਦੇ ਸੀ। ਹਾਲੇਲੂਇਆ। ਤੇ ਉਹਦਾ ਵੀ ਇਦਾਂ ਹੀ ਜੀਵਨ ਸੀ ਪ੍ਰਾਰਥਨਾ ਵਾਲਾ, ਇਦਾਂ ਹੀ ਜੀਵਨ ਸੀ ਪ੍ਰਾਰਥਨਾ ਕਰਨ ਵਾਲਾ ਸੰਤ ਪੌਲਸ ਦਾ ਵੀ। ਸਾਰੀ ਰਾਤ ਪ੍ਰਭੂ ਜੀ ਪ੍ਰਾਰਥਨਾ ਕਰਦੇ ਰਹੇ ਤੇ ਜਦੋਂ ਸਵੇਰਾ ਹੋਇਆ ਤੇ ਲੋਕੀ ਛੂਹਣਾ ਚਾਹੁੰਦੇ ਸੀ। ਕਿਉਂ? ਕਿਉਂਕਿ ਪ੍ਰਭੂ ਦੇ ਵਿੱਚੋਂ ਪਵਿੱਤਰ ਆਤਮਾ ਦੀ ਸ਼ਕਤੀ ਨਿਕਲ ਕੇ ਲੋਕਾਂ ਨੂੰ ਚੰਗਿਆ ਕਰਦੀ ਸੀ। ਇਹ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੀ ਹੱਲ ਹੈ। ਹਾਲੇਲੂਇਆ, ਹਾਲੇਲੂਇਆ। ਮੁਸ਼ਕਲਾਂ ਦਾ ਹੱਲ ਹੈ ਪ੍ਰਾਰਥਨਾ। ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ। ਅਸੀਂ ਪ੍ਰੇਰਾਂ ਕਰਨੀਆਂ ਤੁਹਾਡੇ ਲਈ, ਅਸੀਂ ਕਰੀ ਜਾਣੀਆਂ, ਅਸੀਂ ਪ੍ਰਾਰਥਨਾ ਕਰੀ ਜਾਣੀ ਆ। ਪਰ ਜੇ ਤੁਸੀਂ ਚਾਹੁੰਦੇ ਆ ਵੀ ਆਪਣੇ ਪੈਰਾਂ ਤੇ ਖੜੇ ਹੋਵੋ, ਤੁਹਾਡੇ ਦੁਆਰਾ ਦੂਜਿਆਂ ਨੂੰ ਆਸ਼ੀਸ਼ ਮਿਲੇ, ਪ੍ਰਭੂ ਨੇ ਕਿਹਾ ਮੰਗੋ ਤੁਹਾਨੂੰ ਦਿੱਤਾ ਜਾਊਗਾ। ਕਰੋ ਪ੍ਰਾਰਥਨਾ। ਸ਼ਕਤੀ ਨਿਕਲ ਕੇ ਲੋਕਾਂ ਨੂੰ ਕੀ ਕਰਦੀ ਸੀ? ਦੇਖੋ ਕਿੱਡੀ ਅਜੀਬ ਗੱਲ ਆ ਇਹ। ਪਹਿਲੇ ਹੀ ਪ੍ਰਾਰਥਨਾ 'ਚ ਅਸੀਂ ਸੁਣ ਲਿਆ, ਆਕਾਸ਼ ਖੁੱਲ ਗਿਆ, ਆਕਾਸ਼ ਖੁੱਲ ਗਿਆ, ਪਵਿੱਤਰ ਆਤਮਾ ਦੀ ਭਰਪੂਰੀ ਆ ਗਈ, ਪਿਤਾ ਪਰਮੇਸ਼ਰ ਦੀ ਆਵਾਜ਼ ਵੀ ਸੁਣ ਲਈ। ਹੁਣ ਪ੍ਰਾਰਥਨਾ ਦੇ ਵਿੱਚ ਸਾਰਾ ਕੁਝ ਤੁਹਾਨੂੰ ਮਿਲਣਾ। ਬਚਨ ਵੀ ਪੜੋ, ਪ੍ਰੇਅਰ ਵੀ ਕਰੋ, ਵੱਧ ਤੋਂ ਵੱਧ ਪ੍ਰਭੂ ਦੇ ਨਾਲ ਸਮਾਂ ਬਤੀਤ ਕਰੋ। ਛੁਪੇ ਹੋਏ ਖਜ਼ਾਨੇ ਇਹਦੇ ਵਿੱਚ ਹੀ ਆ ਸਾਰਾ ਕੁਝ। ਹਾਲੇਲੂਇਆ, ਹਾਲੇਲੂਇਆ। 11 ਅਧਿਆਏ ਉਹਦੀ ਪਹਿਲੀ ਆਇਤ ਪੜ੍ਹਦੇ ਹੋ, ਇਹਦੀ 11 ਲੂਕਾ ਦੀ। ਤਾਂ ਇਉਂ ਹੋਇਆ ਕਿ ਉਹ ਕਿਸੇ ਥਾਂ ਪ੍ਰਾਰਥਨਾ ਕਰਦਾ ਸੀ, ਕਿਸੇ ਥਾਂ ਪ੍ਰਾਰਥਨਾ ਕਰਦਾ ਸੀ। ਅੱਗੇ ਅਰ ਜਾਂ ਕਰ ਹਟਿਆ ਹਾਂ, ਤਾਂ ਉਹਦੇ ਚੇਲਿਆਂ ਵਿੱਚੋਂ ਇੱਕ ਨੇ ਉਹਨੂੰ ਆਖਿਆ, ਪ੍ਰਭੂ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ, ਜਿਵੇਂ ਯਹੋਨਾ ਨੇ ਵੀ ਆਪਣੇ ਚੇਲਿਆਂ ਨੂੰ ਸਿਖਾ ਲਈ। ਹਾਂ, ਪ੍ਰਭੂ ਜੀ ਪ੍ਰਾਰਥਨਾ ਕਰ। ਦਿਨ ਦਾ ਟਾਈਮ ਆ, ਇਹ ਦਿਨ ਦਾ। ਉਹ ਪਹਿਲਾਂ ਪੜਿਆ ਸੀ ਰਾਤ ਦਾ ਟਾਈਮ ਸੀ ਤੇ ਚੇਲੇ ਕਹਿੰਦੇ ਸਾਨੂੰ ਵੀ ਸਿਖਾ। ਫਿਰ ਪ੍ਰਭੂ ਨੇ ਉਹਨਾਂ ਨੂੰ ਪ੍ਰਾਰਥਨਾ ਕਰਨੀ ਸਿਖਾਈ, ਜਿਹੜੀ ਆਪਾਂ ਪੜ੍ਹਦੇ, ਹੇ ਸਾਡੇ ਪਿਤਾ ਜੋ ਤੂੰ ਸਵਰਗ ਵਿੱਚ ਹੈ, ਤੇਰਾ ਨਾਂ ਪਵਿੱਤਰ ਮੰਨਿਆ ਜਾਏ, ਤੇਰਾ ਰਾਜ ਆਏ, ਤੇਰੀ ਮਰਜ਼ੀ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਜ਼ਮੀਨ ਤੇ ਵੀ ਹੋਵੇ। ਸਾਨੂੰ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਪਾਪਾਂ ਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਪਾਪਾਂ ਨੂੰ ਮਾਫ ਕੀਤਾ। ਸਾਨੂੰ ਕਿਸੇ ਪ੍ਰਤਾਪ ਵਿੱਚ ਨਾ ਪੈਣ ਦੇ, ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਰਾਜ, ਸ਼ਕਤੀ, ਮਹਿਮਾ ਸਦਾ ਤੇਰੇ ਹਨ। ਹਾਲੇਲੂਇਆ। ਚੇਲਿਆਂ ਨੂੰ ਫਿਰ ਪ੍ਰੇਅਰ ਕਰਨੀ ਸਿਖਾਈ ਵੀ ਇਦਾਂ ਪ੍ਰਾਰਥਨਾ ਜਿਹੜੀ ਤੁਸੀਂ ਕਰਨੀ ਆ, ਇਹਦੀ ਤੁਸੀਂ 13 ਵੀ ਪੜ੍ਹਦੇ ਹੋ, 13 ਐਤ ਵੀ ਪੜ੍ਹਦੇ ਹੋ ਇਹਦੀ। ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ, ਤਾਂ ਉਹ ਸੁਰਗੀ ਪਿਤਾ ਕਿੰਨਾ ਵਧੇਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਦੇਵੇਗਾ। ਹਾਲੇਲੂਇਆ। ਹਾਂ, ਜੇ ਤੁਸੀਂ ਆਪਣੇ ਬੱਚਿਆਂ ਨੂੰ ਵਧੀਆ ਚੀਜ਼ਾਂ ਦੇਣੀਆਂ ਜਾਣਦੇ ਆ, ਵਧੀਆ ਚੀਜ਼ਾਂ ਦਿੰਨੇ ਨਾ, ਮਾੜੀਆਂ ਚੀਜ਼ਾਂ ਤਾਂ ਨਹੀਂ ਦਿੰਨੇ, ਹਰ ਵਧੀਆ ਚੀਜ਼ ਦਿੰਨੇ। ਤੇ ਪ੍ਰਭੂ ਜੀ ਕਹਿੰਦੇ ਬੁਰੇ ਹੋ ਕੇ, ਬੁਰੇ ਤਾਂ ਹੈਗੇ ਹੀ ਅਸੀਂ, ਭੁੱਲਾਂ ਗਲਤੀਆਂ ਪਹਿਲਾਂ ਵੀ ਬਹੁਤ ਹੋਈਆਂ ਪ੍ਰਭੂ ਤੋਂ, ਤੇ ਹੁਣ ਵੀ ਪੂਰੀ ਤਰ੍ਹਾਂ ਆਪਾਂ ਵਧੀਆ ਨਹੀਂ ਬਣ ਗਏ, ਹੁਣ ਵੀ ਹੁੰਦੀਆਂ ਰਹਿੰਦੀਆਂ, ਪਰ ਕੋਸ਼ਿਸ਼ ਕਰਕੇ ਆਪਾਂ ਵਧੀਆ ਬਣਨਾ। ਇਹ ਜਿਹੜਾ ਪ੍ਰਾਰਥਨਾ ਕਰਨੀ ਆ, ਇਹ ਤੁਹਾਨੂੰ ਪਵਿੱਤਰ ਆਤਮਾ ਮਿਲਣਾ, ਇਹਨੇ ਤੁਹਾਨੂੰ ਵਧੀਆ ਬਣਾਉਣਾ ਆ। ਇਹਨੇ ਤੁਹਾਨੂੰ ਕੀ ਕਰਨਾ? ਵਧੀਆ ਬਣਾਉਣਾ। ਇੱਥੇ ਅਸੀਂ ਪੜ੍ਹਿਆ ਕਿੰਨਾ ਵਧੇਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਦੇਵੇਗਾ। ਤੇ ਪਵਿੱਤਰ ਆਤਮਾ ਸ਼ਕਤੀ ਆ ਜਿਹਦੇ ਦੁਆਰਾ ਮਨੁੱਖ ਰਚਿਆ ਗਿਆ, ਸਾਰਾ ਕੁਝ ਰਚਿਆ ਗਿਆ, ਜਿਹਦੇ ਦੁਆਰਾ ਤੰਦਰੁਸਤੀ, ਆਨੰਦ ਆ, ਸ਼ਾਂਤੀ ਆ, ਜਿਹਨੇ ਸਿਖਾਉਣਾ ਤੇ ਨਾਲੇ ਸਾਨੂੰ ਚਲਾਉਣਾ। ਇਸ ਕਰਕੇ ਇੱਥੇ ਅਸੀਂ ਪੜ੍ਹਿਆ ਪ੍ਰਭੂ ਜੀ ਕਿਸੇ ਜਗ੍ਹਾ ਪ੍ਰਾਰਥਨਾ ਕਰ ਰਹੇ ਸੀ, ਚੇਲਿਆਂ ਨੂੰ ਵੀ ਸਿਖਾਈ। ਇੱਥੇ ਅਸੀਂ ਪੜ੍ਹਿਆ ਪ੍ਰਭੂ ਜੀ ਕਹਿੰਦੇ ਕਿੰਨਾ ਵਧੇਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਦੇਵੇਗਾ। ਮਾਰਕਸ ਦੀ ਅੰਜੀਲ 1 ਅਧਿਆਏ ਉਹਦੀ 35 ਆਇਤ ਅਸੀਂ ਪੜਾਂਗੇ। ਇੱਥੇ ਵੀ ਅਸੀਂ ਵਚਨ ਦੇ ਵਿੱਚੋਂ ਦੇਖਾਂਗੇ। ਉਹ ਵੱਡੇ ਤੜਕੇ ਕੁਝ ਰਾਤ ਰਹਿੰਦਿਆਂ ਉੱਠ ਕੇ ਬਾਹਰ ਨਿਕਲਿਆ
और एक उजाड़ थां विच जाके उत्थे प्रार्थना कीती। सुनो, ਵੱਡੇ ਤੜਕੇ, ਵੱਡਾ ਤੜਕਾ ਹੋ ਸਕਦਾ 2:30-3 ਵਜੇ ਦਾ, ਉਦੋਂ ਦਾ ਵੱਡੇ ਤੜਕੇ ਦਾ ਟਾਈਮ ਉਜਾੜ ਜਗ੍ਹਾ ਵਿੱਚ ਜਾ ਕੇ ਪ੍ਰਾਰਥਨਾ ਕੀਤੀ। ਮਾਰਕਸ ਦੀ ਅੰਜੀਲ 1 ਅਧਿਆਏ ਉਹਦੀ 35, 1 ਦੀ 35 ਚੋਂ ਆਪਾਂ ਪੜ੍ਹਿਆ ਆ। ਵੱਡੇ ਤੜਕੇ ਕੁਝ ਰਾਤ ਰਹਿੰਦਿਆਂ ਉਜਾੜ ਵਿੱਚ ਜਗ੍ਹਾ ਤੇ ਜਾ ਕੇ ਪ੍ਰਾਰਥਨਾ ਕੀਤੀ। ਪ੍ਰਾਰਥਨਾ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੈ। ਦਿਨ ਦੇ ਸਮੇਂ, ਰਾਤ ਦੇ ਸਮੇਂ, ਸਾਰੀ ਰਾਤ ਤੇ ਤੜਕੇ ਦੇ ਸਮੇਂ, ਜੇ ਚਾਹੁੰਦੇ ਆ ਪਵਿੱਤਰ ਆਤਮਾ ਦੀ ਭਰਪੂਰੀ ਸਾਡੇ ਜੀਵਨ ਚ ਆਏ, ਜੇ ਚਾਹੁੰਦੇ ਆ ਉਹਦਾ ਆਤਮਾ ਸਾਨੂੰ ਸਿਖਾਵੇ ਨਾਲੇ ਚਲਾਏ, ਜੇ ਚਾਹੁੰਦੇ ਆ ਸਾਨੂੰ ਬਰਕਤ ਮਿਲੇ, ਤੇ ਜੇਕਰ ਪ੍ਰਾਰਥਨਾ ਦੀ ਤੁਹਾਡੀ ਰੁਟੀਨ ਬਣ ਗਈ ਤਾਂ ਤੁਹਾਨੂੰ ਹੀ ਬਰਕਤ ਨਹੀਂ ਮਿਲੇਗੀ, ਬਲਕਿ ਤੁਹਾਡੇ ਦੁਆਰਾ ਦੂਜਿਆਂ ਨੂੰ ਬਰਕਤ ਮਿਲੇਗੀ। ਹਾਲੇਲੂਇਆ, ਹਾਲੇਲੂਇਆ। ਤੁਹਾਡੇ ਦੁਆਰਾ ਦੂਜਿਆਂ ਨੂੰ ਬਰਕਤ। ਇਸ ਕਰਕੇ ਆਪਣੇ ਜੀਵਨ ਤੇ ਗੌਰ ਕਰੋ, ਗੌਰ ਕਰੋ ਸਾਰੇ ਆਪਣੇ ਜੀਵਨ ਤੇ। ਬੇ ਪ੍ਰਾਰਥਨਾ ਤੋਂ ਬਿਨਾ ਨਾ ਭਰਪੂਰੀ ਆਉਣੀ ਆ ਪਵਿੱਤਰ ਆਤਮਾ ਦੀ, ਤੇ ਪਵਿੱਤਰ ਆਤਮਾ ਦੀ ਮੋਹਰ ਸਾਡੇ ਜੀਵਨ 'ਚ ਲੱਗਣੀ ਜ਼ਰੂਰੀ ਆ, ਤੇ ਪਵਿੱਤਰ ਆਤਮਾ ਨੇ ਸਾਨੂੰ ਸਿਖਾਉਣਾ ਤੇ ਨਾਲੇ ਚਲਾਉਣਾ ਆ, ਤੇ ਪਵਿੱਤਰ ਆਤਮਾ ਦੇ ਵਿੱਚ ਆਨੰਦ, ਸ਼ਾਂਤੀ ਆ, ਤੇ ਇਹਦੇ ਦੁਆਰਾ ਹੀ ਸਾਨੂੰ ਤੰਦਰੁਸਤੀ ਮਿਲਣੀ ਆ, ਤੇ ਇਹਦੇ ਦੁਆਰਾ ਸਾਨੂੰ ਹੀ ਆਸ਼ੀਸ਼ ਨਹੀਂ ਮਿਲਣੀ, ਬਲਕਿ ਸਾਡੇ ਦੁਆਰਾ ਹਜ਼ਾਰਾਂ ਲੋਕਾਂ ਨੂੰ ਆਸ਼ੀਸ਼ ਮਿਲੇਗੀ। ਦਾਨੀਏਲ ਦੇ ਬਾਰੇ ਆਪਾਂ ਕਈ ਵਾਰੀ ਪੜ੍ਹਦੇ ਆ, ਜਦੋਂ ਉਹਨੂੰ ਸ਼ੇਰਾਂ ਦੇ ਮੋਹਰੇ ਸਿੱਟ ਦਿੱਤਾ ਗਿਆ, ਉਹ ਤੋਂ ਪਹਿਲਾਂ ਲਿਖਿਆ ਵੀ ਉਹਨੇ 3 ਵਾਰੀ ਦਿਹਾੜੀ 'ਚ ਉਹ ਪ੍ਰਾਰਥਨਾ ਕਰਦਾ ਸੀ, ਸਵੇਰੇ, ਦੁਪਹਿਰੇ, ਸ਼ਾਮੀ 3 ਵਾਰੀ ਪ੍ਰਾਰਥਨਾ ਕਰਦਾ ਸੀ। ਤੇ ਜਦੋਂ ਰਾਜੇ ਵੱਲੋਂ ਹੁਕਮ ਹੋ ਗਿਆ ਕਿ ਸ਼ੇਰਾਂ ਦੇ ਘੋਰੇ ਵਿੱਚ ਸਿੱਟਿਆ ਜਾਊਗਾ, ਭਾਵੇਂ ਹੁਕਮ ਹੋ ਗਿਆ ਸੀ, ਪਰ ਫਿਰ ਵੀ ਉਹ ਜਿੱਦਾਂ ਪਹਿਲਾਂ ਪ੍ਰਾਰਥਨਾ ਕਰਦਾ ਸੀ ਉਦਾਂ ਹੀ ਉਹਨੇ ਪ੍ਰਾਰਥਨਾ ਕੀਤੀ। ਜਦੋਂ ਰਾਤ ਨੂੰ ਸਿੱਟ ਦਿੱਤਾ ਗਿਆ ਤੇ ਦੂਤ ਨੇ ਆ ਕੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਕਰ ਦਿੱਤਾ, ਤੇ ਸ਼ੇਰਾਂ ਨੇ ਰਤੀ ਭਰ ਵੀ ਉਹਨੂੰ ਦੁੱਖ ਨਹੀਂ ਦਿੱਤਾ। ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਇੱਥੋਂ ਸਾਰੀ ਆਸ਼ੀਸ਼ ਜਿਹੜੀ ਸ਼ੁਰੂ ਹੋਣੀ ਆ, ਇੱਥੋਂ ਆਸ਼ੀਸ਼ ਸ਼ੁਰੂ ਹੋਣੀ ਆ। ਇਸ ਕਰਕੇ ਆਪਣੇ ਜੀਵਨ ਤੇ ਗੌਰ ਕਰੋ, ਜ਼ਿਆਦਾ ਤੋਂ ਜ਼ਿਆਦਾ ਸਮਾਂ ਜਿਹੜਾ ਆ ਉਹ ਪ੍ਰਾਰਥਨਾ ਵਿੱਚ ਤੁਸੀਂ ਬਤੀਤ ਕਰੋ। ਵੈਸੇ ਹੁਣ ਆਪਾਂ ਗੱਲ ਕਰਦੇ ਆ ਵੀ ਉਦਾਂ ਕਈ ਵਾਰੀ ਆਪਾਂ ਨੂੰ ਨੀਂਦ ਨਹੀਂ ਆਉਂਦੀ, ਕਿੰਨਾ ਹੀ ਟਾਈਮ ਲੰਘ ਜਾਂਦਾ, ਅੱਧੀ ਰਾਤ, ਤੇ ਆਪਾਂ ਇਹ ਨਹੀਂ ਸੋਚਦੇ ਵੀ ਪ੍ਰਾਰਥਨਾ ਹੀ ਕਰ ਲਈਏ, ਵੀ ਕੋਈ ਦਿਨ ਆਪਾਂ ਇਦਾਂ ਦਾ ਰਾਤ ਰੱਖ ਲਈਏ ਵੀ 2-4 ਘੰਟੇ ਰਾਤ ਅਰਦਾਸ ਕਰੀ ਜਾਣੀ ਆਪਾਂ। ਇਦਾਂ ਨਹੀਂ ਸੋਚਦੇ ਆਪਾਂ ਵੀ ਅੱਜ 2-3 ਘੰਟੇ ਰਾਤ ਨੂੰ ਅਰਦਾਸ ਤੇ ਲਾ ਦੇਣੇ, ਅੱਜ 4 ਘੰਟੇ ਪ੍ਰਾਰਥਨਾ ਕਰਨ ਤੇ ਲਾ ਦੇਣੇ ਆਪਾਂ ਅੱਜ। ਔਰ ਉਹ ਜਿਹੜੀ ਪ੍ਰਾਰਥਨਾ ਆ ਉਹ ਤੁਹਾਡੇ ਲਈ ਬਹੁਤ ਆਸ਼ੀਸ਼ ਵਾਲੀ ਗੱਲ ਹੋਊਗੀ, ਉਹ ਤੁਹਾਡੇ ਲਈ ਬਹੁਤ ਬਰਕਤ ਵਾਲੀ ਗੱਲ ਹੋਊਗੀ। ਕੋਈ ਰਾਤ ਇਦਾਂ ਦੀ ਰੱਖ ਲਓ ਵੀ ਅੱਜ ਇੰਨੇ ਘੰਟੇ ਰਾਤ ਨੂੰ ਪ੍ਰਾਰਥਨਾ ਕਰਨੀ ਆ। ਜੇ ਜ਼ਿਆਦਾ ਨਹੀਂ, ਕਈ ਦਿਨ ਜ਼ਿਆਦਾ ਰੱਖ ਲਓ, ਪਰ ਕਈ ਦਿਨ ਥੋੜੀ ਦਾ ਰੱਖ ਲਓ। ਸਵੇਰ ਨੂੰ ਘੰਟਾ ਕੁ ਦਾ ਰੱਖ ਲਓ ਤੇ ਰਾਤ ਨੂੰ ਘੰਟਾ ਰੱਖ ਲਓ। ਕਈ ਦਿਨ ਜ਼ਿਆਦਾ 2-2 ਘੰਟੇ ਲਾ ਲਓ, 3-3 ਲਾ ਲਓ। 7 ਵਜੇ ਸ਼ੁਰੂ ਕਰਕੇ 10 ਵਜੇ ਤੇ ਲਾ ਲਓ, 11 ਵਜੇ ਤੇ ਲਾ ਲਓ। ਹੁਣ ਕਈ ਭਾਈ ਭੈਣ ਬਹੁਤ ਰਾਤਾਂ ਨੂੰ ਲੇਟ ਸੌਂਦੇ ਆ, ਤੇ ਉਹ ਜਿਹੜਾ ਲੇਟ ਸੌਂਦੇ ਇੱਧਰ ਉੱਧਰ ਦੀਆਂ ਗੱਲਾਂ ਕੰਮ 'ਚ, ਉਹ ਟਾਈਮ ਜਿਹੜਾ ਪ੍ਰਭੂ ਨਾਲ ਬਤੀਤ ਕਰ ਲਓ, ਉਹਦਾ ਰਿਜ਼ਲਟ ਤੁਹਾਨੂੰ ਮਿਲੂਗਾ। ਉਹਦਾ ਰਿਜ਼ਲਟ ਤੁਹਾਨੂੰ ਦੇਰ ਨਹੀਂ ਲੱਗਣੀ, ਜਲਦੀ ਰਿਜ਼ਲਟ ਮਿਲਿਆ ਕਰੂ ਉਹਦਾ ਤੁਹਾਨੂੰ, ਉਹਦਾ ਰਿਜ਼ਲਟ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜਲਦੀ ਰਿਜ਼ਲਟ ਮਿਲਿਆ ਕਰੂ ਤੁਹਾਨੂੰ। ਕਈ ਰਾਤਾਂ ਰੱਖ ਲਓ ਇਦਾਂ ਦੀਆਂ, ਕਈ ਦਿਨ ਰੱਖ ਲਓ ਵੀ ਅੱਜ ਬਾਤ ਰੱਖ ਕੇ ਅੱਜ ਘਰੇ ਜ਼ਿਆਦਾ ਪ੍ਰਾਰਥਨਾ ਕਰਨੀ ਆ। ਤੇ ਜੇ ਟਾਈਮ ਕੱਢ ਸਕਦੇ ਆ ਤੇ ਚਰਚ 'ਚ ਵੀ ਟਾਈਮ ਰੱਖਿਆ ਆ,
9 ਵਜੇ ਤੋਂ 12 ਵਜੇ ਦਾ ਰੋਜ਼ ਹੀ, 6 ਤੋਂ 9 ਵਜੇ ਦਾ ਰੋਜ਼ ਹੀ ਰਾਤ ਨੂੰ, 9 ਤੋਂ 12 ਸਵੇਰ ਨੂੰ ਤੇ 6 ਵਜੇ ਤੋਂ 9 ਵਜੇ ਤਾਈਂ ਰਾਤ ਨੂੰ। ਜੇ ਹਿੰਮਤ ਮਾਰ ਸਕਦੇ ਇਦਾਂ ਮਾਰ ਲਓ। ਹਾਲੇਲੂਇਆ। ਜੇ ਨਹੀਂ ਤੇ ਘਰਾਂ ਵਿੱਚ ਹੀ ਰਹਿ ਕੇ ਜ਼ਿਆਦਾ ਪ੍ਰੇਰ ਕਰੋ। ਪ੍ਰਾਰਥਨਾ ਘਟਾਓ ਨਾ, ਪ੍ਰਾਰਥਨਾ ਘਟਾਓ ਨਾ। ਪ੍ਰਾਰਥਨਾ ਜਿੱਦਾਂ ਜਿੱਦਾਂ ਪ੍ਰਾਰਥਨਾ ਘਟਣੀ ਉਦਾਂ ਉਦਾਂ ਆਸ਼ੀਸ਼ ਘਟਣੀ ਆ। ਜਿੱਦਾਂ ਜਿੱਦਾਂ ਪ੍ਰਾਰਥਨਾ ਵਧਣੀ ਉਦਾਂ ਉਦਾਂ ਆਸ਼ੀਸ਼। ਹਾਲੇਲੂਇਆ, ਹਾਲੇਲੂਇਆ। ਇਹ ਕਿਤੇ ਦੂਰ ਨਹੀਂ ਗਈ ਆਸ਼ੀਸ਼, ਇਹ ਸਾਡੇ ਕੋਲ ਹੀ ਆ। ਇਹ ਆਸ਼ੀਸ਼ ਕਿਤੇ ਦੂਰ, ਇਹ ਕੋਲ ਹੀ ਆ। ਇਹ ਬਸ ਹਿੰਮਤ ਕਰਨ ਦੀ ਤੁਹਾਨੂੰ ਲੋੜ ਆ। ਹਿੰਮਤ ਕਰਨ ਦੀ, ਹਿੰਮਤ ਕਰਨ ਦੀ ਲੋੜ ਹੈ। ਜਿੰਨੀ ਮਰਜ਼ੀ ਅਰਦਾਸ ਕਰਕੇ, ਜਿੰਨਾ ਮਰਜ਼ੀ ਮਸਾ ਉਹਦੇ ਕੋਲੋਂ ਲੈ ਲਓ, ਜਿੰਨੀਆਂ ਮਰਜ਼ੀ ਆਸ਼ੀਸ਼ਾਂ ਲੈ ਲਓ, ਆਸ਼ੀਸ਼ਾਂ ਦਾ ਘਾਟਾ ਨਹੀਂ। ਪਰ ਘਾਟ ਇਹ ਆ ਵੀ ਆਪਾਂ ਮਿਹਨਤ ਨਹੀਂ ਕਰਦੇ। ਆਪਾਂ ਮਿਹਨਤ 2-4 ਘੰਟੇ ਗੱਲਾਂ ਦਾ ਭਾਵੇਂ ਜ਼ਰੂਰ ਆਪਾਂ ਬਹਿ ਬੂ ਕੇ ਮਾਰੀ ਜਾਵਾਂਗੇ, ਪਰ ਜੇ ਉਹੀ ਸਮਾਂ ਅਸੀਂ ਪ੍ਰਾਰਥਨਾ 'ਚ ਲਾ ਦਿਆਂਗੇ ਤੇ ਉਹ ਸਾਡੀ ਅਰਦਾਸ ਸਿੱਧੀ ਸਵਰਗ 'ਚ ਉਹਦੀ ਹਜ਼ੂਰੀ 'ਚ ਪਹੁੰਚੂਗੀ। ਤੇ ਉਹ ਜਿਹੜੇ ਕਈ ਟਾਈਮ ਦੇ ਸਾਡੇ ਕੰਮ ਰੁਕੇ ਆ, ਉਹ ਪਰਮੇਸ਼ਰ ਤੁਹਾਨੂੰ ਕਰਕੇ ਦਿਖਾਊਗਾ। ਹਾਲੇਲੂਇਆ, ਹਾਲੇਲੂਇਆ। ਉਹ ਕੰਮ ਪਰਮੇਸ਼ਰ ਤੁਹਾਨੂੰ ਕਰਕੇ ਦਿਖਾਊਗਾ। ਉਹ ਰੁਕੀਆਂ ਹੋਈਆਂ ਆਸ਼ੀਸ਼ਾਂ ਤੁਹਾਡੀਆਂ ਸ਼ੁਰੂ ਹੋ ਜਾਣਗੀਆਂ। ਇਹ ਤਜਰਬੇ ਸ਼ੁਰੂ ਕਰ ਲਓ ਤੁਸੀਂ। ਇਹ ਤਜਰਬੇ ਤੁਹਾਡੇ ਹੱਥ 'ਚ ਆ ਤੇ ਉਹਦੇ ਨਾਲ ਹੀ ਗਵਾਹੀਆਂ ਤੁਹਾਡੇ ਜੀਵਨ 'ਚ ਖੜੀਆਂ ਸ਼ੁਰੂ ਹੋ ਜਾਣਗੀਆਂ। ਵੀ ਇੰਨੇ ਸਾਲਾਂ ਦੀ ਜਿਹੜੀ ਰੁਕੀ ਆਸ਼ੀਸ਼ ਸੀ ਉਹ ਸਾਨੂੰ ਮਿਲ ਗਈ ਆ। ਇੰਨੇ ਸਾਲਾਂ ਦਾ ਕੰਮ ਜਿਹੜਾ ਸੀ ਉਹ ਸਾਨੂੰ ਮਿਲ ਗਿਆ ਆ। ਇੰਨੇ ਚਿਰ ਤੋਂ ਪਵਿੱਤਰ ਆਤਮਾ ਨੂੰ ਮਹਿਸੂਸ ਨਹੀਂ ਸੀ ਕੀਤਾ, ਪਰ ਹੁਣ ਅਸੀਂ ਉਹਦੀ ਭਰਪੂਰੀ ਮਹਿਸੂਸ ਕਰਦੇ ਹਾਂ। ਸਾਨੂੰ ਪਵਿੱਤਰ ਆਤਮਾ ਨੇ ਹੁਣ ਨਵੀਆਂ ਗੱਲਾਂ ਸਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਆ। ਸਾਨੂੰ ਪਵਿੱਤਰ ਆਤਮਾ ਨੇ ਹੁਣ ਸਾਡੇ ਨਾਲ ਗੱਲਬਾਤ ਵੀ ਕਰਨੀ ਸ਼ੁਰੂ ਕਰ ਦਿੱਤੀ ਆ। ਹੁਣ ਆਨੰਦ ਵੀ ਸਾਡੇ ਜੀਵਨ 'ਚ ਆ ਗਿਆ ਆ। ਹੁਣ ਸ਼ਾਂਤੀ ਵੀ ਆ ਗਈ ਆ। ਹੁਣ ਸਾਡੇ ਜੀਵਨ 'ਚ ਤੰਦਰੁਸਤੀ ਵੀ ਆ ਗਈ ਆ। ਤੇ ਹੁਣ ਘਰ ਦਾ ਮਾਹੌਲ ਵੀ ਬਹੁਤ ਹੀ ਵਧੀਆ ਬਣ ਗਿਆ ਆ। ਹਾਲੇਲੂਇਆ, ਹਾਲੇਲੂਇਆ। ਉਹ ਰਿਜ਼ਲਟ ਜਿਹੜੇ ਆ ਉਹ ਤੁਸੀਂ ਆਪਣੇ ਜੀਵਨ 'ਚ ਨਾਲੋਂ ਨਾਲ ਹੀ ਦੇਖਣੇ ਸ਼ੁਰੂ ਕਰ ਦੋਗੇ, ਨਾਲੋਂ ਨਾਲ ਦੇਖਣੇ ਸ਼ੁਰੂ ਕਰ ਦੋਗੇ। ਇਸ ਕਰਕੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਸਮਾਂ ਬਤੀਤ ਕਰਨਾ ਸਾਡੇ ਲਈ ਬਹੁਤ ਹੀ ਜ਼ਰੂਰੀ ਆ। ਅਬਰਾਹਮ ਨੂੰ ਜਦੋਂ ਪਰਮੇਸ਼ਰ ਨੇ ਦਰਸ਼ਨ ਦਿੱਤੇ ਤੇ ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ ਬੇ ਸਦੂਮ ਤੇ ਅੰਬੂਰਾ ਜਿਹੜਾ ਉਹਨਾਂ ਦਾ ਰੌਲਾ ਬਹੁਤ ਵੱਧ ਗਿਆ ਆ, ਵੀ ਉੱਥੇ ਪਾਪ ਵੀ ਬਹੁਤ ਭਾਰੀ ਆ ਤੇ ਉਹ ਸਦੂਮ ਤੇ ਅੰਬੂਰਾ ਜਿਹੜੇ ਆ ਉਹ ਸ਼ਹਿਰ ਖਤਮ ਕਰ ਦੇਣੇ ਆ। ਤੇ ਅਬਰਾਹਮ ਨੂੰ ਇਸ ਗੱਲ ਦੀ ਚਿੰਤਾ ਹੋਈ ਕਿਉਂਕਿ ਉਹਦਾ ਉੱਥੇ ਭਤੀਜਾ ਲੂਤ ਰਹਿੰਦਾ ਸੀ। ਤੇ ਅਬਰਾਹਮ ਨੇ ਪਰਮੇਸ਼ਰ ਨੂੰ ਕਿਹਾ, ਪਰਮੇਸ਼ਰ ਜੇ ਉੱਥੇ 50 ਧਰਮੀ ਹੋਣ ਬੇ ਫੇ ਵੀ ਤੂੰ ਖਤਮ ਕਰ ਦੂੰਗਾ? ਪਰਮੇਸ਼ਰ ਕਹਿੰਦਾ ਮੈਂ ਫਿਰ ਛੱਡ ਦੂੰਗਾ, ਨਹੀਂ ਖਤਮ ਕਰਦਾ। ਅਬਰਾਹਮ ਨੇ ਫੇਰ ਬੇਨਤੀ ਕੀਤੀ, ਜੇ 45 ਹੋਣ, ਪਰਮੇਸ਼ਰ ਕਹਿੰਦਾ ਫਿਰ ਵੀ ਮੈਂ ਛੱਡ ਦੂੰਗਾ। ਜੇ 40 ਹੋਣ, ਪਰਮੇਸ਼ਰ ਕਹਿੰਦਾ ਫੇਰ ਵੀ ਮੈਂ ਛੱਡ ਦੂੰਗਾ। ਫਿਰ ਅਬਰਾਹਮ ਕਹਿੰਦਾ ਭਾਵੇਂ ਮੈਂ ਧੂੜ ਤੇ ਖੇ ਆ, ਮੈਂ ਹੋਰ ਤੁਹਾਡੇ ਅੱਗੇ ਬੇਨਤੀ ਕਰਦਾ, ਜੇ 30 ਹੋਣ, ਪਰਮੇਸ਼ਰ ਕਹਿੰਦਾ ਫੇਰ ਵੀ ਮੈਂ ਛੱਡ ਦੂੰਗਾ। ਜੇ 20 ਹੋਣ, ਪਰਮੇਸ਼ਰ ਕਹਿੰਦਾ ਫੇਰ ਵੀ ਛੱਡ ਦਊਂ। ਜੇ 10 ਹੋਣ, ਪਰਮੇਸ਼ਰ ਕਹਿੰਦਾ ਫੇਰ ਵੀ ਮੈਂ ਛੱਡ ਦੂੰਗਾ ਉਹਨਾਂ ਸ਼ਹਿਰਾਂ ਨੂੰ। ਪਰ ਜਦੋਂ ਦੂਤ ਉੱਥੇ ਭੇਜੇ ਪਰਮੇਸ਼ਰ ਨੇ ਆਪਣੇ, ਤੇ ਉੱਥੇ 10 ਵੀ ਹੈ ਨਹੀਂ ਸੀਗੇ। ਲੂਤ ਦਾ ਪਰਿਵਾਰ, ਉਹਦੀ ਪਤਨੀ ਤੇ ਉਹਦੀਆਂ 2 ਲੜਕੀਆਂ, 4 ਲੂਤ। ਤੇ ਦੂਤਾਂ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਵੀ ਜਾਓ ਤੁਸੀਂ, ਇਹ ਨਿਕਲ ਜਾਓ ਇਹਦੇ ਵਿੱਚੋਂ, ਵੀ ਇਹ ਸ਼ਹਿਰ ਜਿਹੜਾ ਪਰਮੇਸ਼ਰ ਨੇ ਖਤਮ ਕਰ ਦੇਣਾ। ਜਦੋਂ ਸਵੇਰਾ ਹੀ ਹੋਇਆ, ਕਿਉਂਕਿ ਦੂਤ ਰਾਤ ਨੂੰ ਹੀ ਉੱਥੇ ਚਲੇ ਗਏ ਸੀ, ਉਹਨਾਂ ਨੇ ਸਦੂਮ ਤੇ ਅੰਬੂਰਾ ਦਾ ਹਾਲ ਹਿਸਾਬ ਕਿਤਾਬ ਉੱਥੇ ਦੇਖ ਲਿਆ ਸੀ। ਫਟਾਫਟ ਉਹਨਾਂ ਕੋਲੋਂ ਛੇਤੀ ਕਰਾਈ ਤੇ ਉਸ ਸਵੇਰ ਨੂੰ ਜਦੋਂ ਨਿਕਲ ਗਏ ਤੇ ਦੂਤ ਨੇ ਉਹਨੂੰ ਕਹੀ ਸੀ ਗੱਲ ਉਹਨਾਂ ਨੂੰ ਵੀ ਪੁੱਛੇ ਮੁੜ ਕੇ ਨਾ ਦੇਖਿਓ,
पर वो लूत की पत्नी जिहड़ी सी वो खड़ी होके पिछे पई, क्योंकि अग ते गंधक जिहड़ी उपरों डिगी सी। अग ते गंधक डिगी, ਉਹਦੇ ਨਾਲ सारा कुछ सड़ के सुआह हो गया। पशु पंछी मनुख जीव जंतु, इथों ताई मिट्टी भी सड़ गई, मिट्टी भी सड़ के सुआह हो गई, बंजर बन गई। ते जदों लूत दी तिवी देखिया भट्ठी वर्गा धुआं उठ रहा सी तां नूं, ते उत्थे आ लूत दी जिहड़ी पत्नी सी उत्थे आ लूण दा थंम बन गई। लूण दे विच उहदा शरीर जिहड़ा सी बदल गया। लूत ते ओहदियां दो ਧੀਆਂ ਜਿਹੜੀਆਂ ਸੀ ਉਹੀ ਬਚੀਆਂ। ਲੂਤ ਨੇ ਆਪਣੇ ਜਵਾਈਆਂ ਨੂੰ ਕਿਹਾ ਸੀ ਵੀ ਨਿਕਲੋ ਇਹ ਸ਼ਹਿਰ ਚੋਂ, ਪਰਮੇਸ਼ਰ ਨੇ ਸ਼ਹਿਰ ਖਤਮ ਕਰ ਦੇਣਾ। ਪਰ ਉਹ ਲਿਖਿਆ ਵੀ ਲੂਤ ਉਹਨਾਂ ਨੂੰ ਮਖੌਲੀਆ ਜਿਹਾ ਜਾਪਿਆ, ਵੀ ਜਿੱਦਾਂ ਐਵੇਂ ਮਖੌਲ ਜਿਹਾ ਕਰਦਾ ਆ, ਤੇ ਤਿੰਨਾਂ ਦਾ ਬਚਾਅ ਹੋਇਆ। ਇੱਥੇ ਹੁਣ ਅਸੀਂ ਖਾਸ ਗੱਲ ਦੇਖਦੇ ਆ ਅਬਰਾਹਮ ਦੀ। ਅਬਰਾਹਮ ਦੀ ਪਰਮੇਸ਼ਰ ਨਾਲ ਸੰਗਤ ਸੀ, ਤੇ परमेश्वर ने अब्राहम की गल मान ली। अब्राहम की गल मान ली, मान के ਉਹਦੇ परिवार का रिश्तेदार घराने का बचाव हो गया। और इसे करके ये जिहड़ी परमेश्वर नाल साडी संगत आ प्रार्थना के द्वारा, ਇਹਦੇ ਨਾਲ बड़ी आशीष वाली गल होनी आ। ਇਹਦੇ ਨਾਲ जिद्दां कह लो भी तवाइयां ਜਿਹੜੀਆਂ आ वो आशीष दे विच बदल जानियां है, जिहड़ी बर्बादी आ वो आशीष दे विच बदल जानियां। ते परमेश्वर ने हर आशीष जिहड़ी आपां नूं देनी आ, ते ओहदे पुत्र आत्मा दी भरपूरी जिहड़ी आ वो भी साडे जीवन दे विच बनी रहनी आ। जरूर इस चीज़ दा ख्याल करो। बे ओहदे नाल जदों असीं समां बतीत करना आ ते जिहड़ी पवित्र आत्मा की भरपूरी सानू मिलनी आ, इहदे बराबर दुनिया की कोई चीज नहीं, इहदे तुल कोई भी चीज नहीं। भाव ये आ जिथे ये आ गया उथे सारा कुछ ही आ गया। इहदी दौड़ जिहड़ी साडे जीवन च होनी चाहिए, ते जिहड़ियां वस्तां आ वो ऐटोमैटिक सानू मिलनियां शुरू हो जानी। परमेश्वर ने कहा आ सारियां आशीषां तुहाडे पिछे पै के मिलणगियां, ते सानू ही चंगियाई नहीं मिलेगी बल्कि साडे द्वारा दूजियां नूं चंगियाई मिलेगी। पर मुढ़ जिहड़ा आ वे उहदे नाल ज़्यादा तो ज़्यादा समां जिहड़ा तुसीं बतीत करना शुरू करो। हालेलुया, हालेलुया। ज़्यादा तो ज़्यादा समां उहदे नाल बतीत करो। तड़फ रखो, भुख रखो, बे इहदे नाल सारियां आशीषां जुड़ियां आ। इहदे नाल तुहाडे बच्चियां दी आशीषां, तुहाडे बच्चियां दा भविख, सारा कुछ इहदे नाल जुड़िया है, सारा कुछ ही इहदे नाल जुड़िया। इस करके वध तों वध अपने जीवन दे विच गौर करना आ अपने जीवन ते। प्रार्थना साडी घटनी नहीं चाहिए, वध तो वध साडी प्रार्थना होनी चाहिए है। ज़्यादा तो ज़्यादा समा बतीत करो। कई रातां जिहड़ियां आ उहदे विच रख लो भी अज रात नूं 2 घंटे प्रेयर करनी है, अज 3 घंटे करनी है, ते उहदा रिजल्ट तां तुहानूं नालों नाल मिलना, देखी जाओ। हालेलुया। टाइम थोड़ी लगना, रिजल्ट नालों नाल तुहानूं मिलूगा। हालेलुया, हालेलुया। जदों मैं प्रार्थना की स्कीम कई बारी लाउंदा ते वो प्रार्थना मैं शुरू की नहीं हुंदी, ते वो दर्शन मैनूं पहले ही होण लग पैंदे आशीष दे। हालेलुया। ये मैं अपने जीवन च देखी ये गल, भी जदों स्कीम ला लवां ना मैं इदां, ते वो पहलों ही परमेश्वर दिखाउण लग पैंदा भी हाँ इहदी बहुत वड्डी आशीष आ इहदी, भी इस काम दे विच देरी नहीं करनी। जिद्दां कहा जांदा ना भी भले काम च देरी करनी नहीं चाहिए। ये दुनिया बनाउण वाले परमेश्वर दे नाल तुसीं संगत करनी आ, उहदे नाल तुसीं बैठना आ, ते आउण वाले दिनां दे विच फिर तुहानूं सिखाऊगा, चलाऊगा,
ਉਹ ਨਾਲੇ ਧਿਆਨ ਦੇ ਨਾਲ ਗੱਲਾਂ ਕਰੂਗਾ। ਤੇ ਜਿਨ੍ਹਾਂ ਨੂੰ ਪਰਾਈ ਭਾਖਿਆ ਮਿਲੀ ਆ ਉਹ ਪਰਾਈ ਭਾਖਿਆ ਦੇ ਵਿੱਚ ਵੱਧ ਤੋਂ ਵੱਧ ਪ੍ਰੇਰ ਕਰਨ, ਗੈਰ ਜ਼ਬਾਨ ਪਰਾਈ ਭਾਖਿਆ। ਜਿਨ੍ਹਾਂ ਨੂੰ ਨਹੀਂ ਮਿਲੀ ਉਹ ਜਦੋਂ ਵੱਧ ਤੋਂ ਵੱਧ ਪ੍ਰੇਰ ਕਰਨਗੇ ਤੇ ਪ੍ਰਭੂ ਉਹਨਾਂ ਨੂੰ ਵੀ ਪ੍ਰਦਾਨ ਕਰੂਗਾ। ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਯਹੂਦਾ ਦੀ ਪੱਤਰੀ 'ਚ ਲਿਖਿਆ ਆਤਮਾ 'ਚ ਪ੍ਰਾਰਥਨਾ ਕਰਦੇ ਰਹੋ। ਯਹੂਦਾ ਦੀ ਪੜ੍ਹ ਸਕਦੇ ਤੁਸੀਂ, ਪੜ੍ਹ ਲਿਓ, ਘਰਾਂ 'ਚ ਪੜ੍ਹ ਲਿਓ, ਨਿਸ਼ਾਨੀ ਲਾ ਲਓ। 1 ਐਤ 20 ਐਤ ਇੱਕੋ ਹੀ ਅਧਿਆਏ ਆ ਉਹਦਾ, ਪੜ੍ਹ ਦਿਓ ਐਤ। ਯਹੂਦਾ ਪ੍ਰਕਾਸ਼ ਦੀ ਪੋਥੀ ਦੇ ਮੋਹਰੇ ਆ, ਇੱਕੋ ਹੀ ਅਧਿਆਏ ਆ ਉਹਦਾ, 20 ਐਤ ਪੜ੍ਹ ਦਿਓ ਉਹਦੀ। ਪਰ ਤੁਸੀਂ ਹੇ ਪਿਆਰਿਓ ਆਪਣੇ ਆਪ ਨੂੰ ਆਪਣੀ ਅਤ ਪਵਿੱਤਰ ਨਿਹਚਾ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ। ਹਾਂ, ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਹਾਲੇਲੂਇਆ। ਇੱਥੇ 2 ਗੱਲਾਂ ਕਹਿੰਦਾ ਨਿਹਚਾ ਉਸਾਰੀ ਜੋ, ਨਿਹਚਾ ਉਸਾਰੀ ਜੋ। ਹੁਣ ਜਦੋਂ ਪ੍ਰਾਰਥਨਾ ਕਰਨੀ ਆ ਤੇ ਉਹਦੇ ਨਾਲ ਹੀ ਨਿਹਚਾ 'ਚ ਆਪਾਂ ਤਕੜੇ ਹੋਣਾ ਆ, ਕਿਉਂਕਿ ਆਤਮਾ ਨੇ ਸਾਨੂੰ ਨਿਹਚਾ 'ਚ ਤਕੜਿਆਂ ਕਰ ਦੇਣਾ ਆ। ਪਵਿੱਤਰ ਆਤਮਾ ਨੇ ਉਹਨੇ ਸਿਖਾ ਦੇਣਾ ਆ ਉਹਨੇ। ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਜਿਨ੍ਹਾਂ ਨੂੰ ਗੈਰ ਜ਼ਬਾਨ ਮਿਲੀ ਆ ਉਹ ਵੱਧ ਤੋਂ ਵੱਧ ਗੈਰ ਜ਼ਬਾਨ 'ਚ ਪ੍ਰੇਰ ਕਰਨ, ਉਹ ਜ਼ਿਆਦਾ ਤੋਂ ਜ਼ਿਆਦਾ ਸਮਾਂ ਉਹਦੇ ਵਿੱਚ ਪ੍ਰੇਰ ਕਰਨ। ਭਾਵੇਂ ਤੁਹਾਨੂੰ ਕੁਛ ਸਮਝ ਨਹੀਂ ਲੱਗਦੀ, ਪਰ ਤੁਹਾਡਾ ਆਤਮਾ ਸਰਵ ਸ਼ਕਤੀਮਾਨ ਪਰਮੇਸ਼ਰ ਨਾਲ ਗੱਲਾਂ ਕਰਦਾ ਆ। ਉਹ ਗੁਪਤ ਵਿੱਚ ਭੇਤ ਦੀਆਂ ਗੱਲਾਂ ਕਰਦਾ ਜਿਹਦੇ ਬਾਰੇ ਸ਼ੈਤਾਨ ਨੂੰ ਵੀ ਸਮਝ ਨਹੀਂ ਆਉਂਦੀ ਵੀ ਕੀ ਬੋਲਿਆ ਜਾ ਰਿਹਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਆਪਣੇ ਜੀਵਨ ਤੇ ਗੌਰ ਕਰਨਾ ਆ। ਪ੍ਰਾਰਥਨਾ ਤੋਂ ਬਿਨਾ ਜ਼ਿੰਦਗੀ ਅਧੂਰੀ ਆ। ਭਾਵੇਂ ਆਪਾਂ ਸੰਗਤ ਵੀ ਕਰਦੇ ਆ, ਭਾਵੇਂ ਆਪਾਂ ਬਚਨ ਵੀ ਪੜ੍ਹਦੇ ਆ, ਪਰ ਜੇ ਪ੍ਰਾਰਥਨਾ ਨਹੀਂ ਤੇ ਸਾਡੀ ਜ਼ਿੰਦਗੀ ਅਧੂਰੀ ਆ। ਉਹ ਕਿਰਪਾ ਨਹੀਂ ਹੋਊਗੀ ਜਿਹੜੀ ਸਾਡੇ ਜੀਵਨ 'ਚ ਹੋਣੀ ਚਾਹੀਦੀ ਆ। ਆਦਤ ਪਾਓ, ਇਹ ਪ੍ਰਾਰਥਨਾ ਦੀ ਆਦਤ ਪਾਓ। ਇਹਦੇ ਨਾਲ ਤੁਹਾਡੇ ਘਰਾਂ ਦੀ ਸ਼ਾਂਤੀ, ਤੁਹਾਡੇ ਘਰਾਂ ਦਾ ਸੁੱਖ, ਸਾਰੀਆਂ ਆਸ਼ੀਸ਼ਾਂ ਇਹਦੇ ਨਾਲ ਹੀ ਜੁੜੀਆਂ ਆ। ਉਹ ਫਿਰ ਸਮਾਂ ਦੱਸੂਗਾ ਜਦੋਂ ਵੱਧ ਤੋਂ ਵੱਧ ਤੁਸੀਂ ਉਹਦੇ ਨਾਲ ਬਤੀਤ ਕਰੋਗੇ ਵੀ ਕੀ ਪਰਮੇਸ਼ਰ ਤੁਹਾਨੂੰ ਆਪਣੀਆਂ ਆਸ਼ੀਸ਼ਾਂ ਦੇ ਨਾਲ ਨਿਹਾਲ ਕਰਦਾ ਆ। ਵੀ ਪਰਮੇਸ਼ਰ ਨੇ ਤੁਹਾਡੇ ਜੀਵਨ ਨੂੰ ਕਿੰਨਾ ਬਦਲ ਦਿੱਤਾ, ਪਹਿਲਾਂ ਨਾਲੋਂ ਤੁਹਾਡਾ ਜੀਵਨ ਕਿੰਨਾ ਆਨੰਦ ਵਾਲਾ ਬਣਾਤਾ, ਕਿੰਨਾ ਸ਼ਾਂਤੀ ਵਾਲਾ ਬਣਾਤਾ, ਕਿੰਨੀਆਂ ਆਸ਼ੀਸ਼ਾਂ ਦੇ ਨਾਲ ਤੁਹਾਨੂੰ ਨਿਹਾਲ ਕਰ ਦਿੱਤਾ। ਆਦਤ ਪਾ ਲਓ। ਸੁਣੋ, ਸਵੇਰ ਨੂੰ 8 ਵਜੇ ਮੈਂ 8:30 ਵਜੇ ਪ੍ਰੇਰ 8 ਵਜੇ ਸ਼ੁਰੂ ਕਰ ਦਿੰਦਾ ਹਰ ਐਤਵਾਰ, ਹਰ ਸੰਡੇ। ਜੇ ਹਰ ਸੰਡੇ ਵੀ ਤੁਸੀਂ ਚਾਹੁੰਦੇ ਵੀ ਜ਼ਿਆਦਾ ਟਾਈਮ ਲੱਗ ਜਾਵੇ, 8:30 ਆ ਜਾਓ, 8 ਆ ਜਾਓ, 9 ਵਜੇ ਆ ਜਾਓ, ਆ ਕੇ ਪ੍ਰੇਰ 'ਚ ਬਹਿ ਜਾਓ। ਉਹ ਵੱਖਰੀ ਆਸ਼ੀਸ਼ ਹੋਊ ਤੁਹਾਡੀ। ਇਹ ਨਹੀਂ ਵੀ 10 ਵਜੇ ਆਉਣਾ, 10:30 ਆਉਣਾ, 11 ਵਜੇ ਪ੍ਰੇਰ ਦਾ ਟਾਈਮ ਲਾ ਲਓ। 8 ਵਜੇ ਆ ਜਾਓ। ਕੀ ਕਰਨਾ ਸਵੇਰੇ ਸਵੇਰੇ ਘਰਾਂ 'ਚ ਚਾਹ ਪਾਣੀ ਪੀ ਕੇ ਤਿਆਰ ਹੋ ਕੇ ਕੱਪੜਾ ਲੀੜਾ ਪਾ ਕੇ ਤਾਂ 8 ਵਜੇ ਆ ਕੇ ਬਹਿ ਜਾਓ। ਉਹ ਵੱਖਰੀ ਆਸ਼ੀਸ਼ ਹੋਊ ਤੁਹਾਡੀ। ਪ੍ਰਭੂ ਨੇ ਕਿਹਾ ਜ਼ੋਰ ਮਾਰਨ ਵਾਲੇ ਸਵਰਗ ਦੇ ਰਾਜ ਨੂੰ ਖੋ ਲੈਂਦੇ ਆ। ਜੇ ਤੁਸੀਂ ਜ਼ੋਰ ਮਾਰੋਗੇ ਤਾਂ ਉਹ ਆਸ਼ੀਸ਼ਾਂ ਦੇਖੋਗੇ ਜਿਹੜੀਆਂ ਅੱਜ ਤਾਈਂ ਤੁਸੀਂ ਦੇਖੀਆਂ ਨੇ। ਸਵੇਰ ਨੂੰ ਆ ਕੇ ਲਾ ਲਓ ਟਾਈਮ। ਚਰਚ ਤਾਂ ਆਉਣਾ ਹੀ ਹੁੰਦਾ ਆ, ਉਹੀ ਘੰਟਾ ਆ ਕੇ ਇੱਕ ਪਹਿਲਾਂ 1.5 ਘੰਟਾ 2 ਘੰਟੇ ਲਾ ਲਓ ਪ੍ਰੇਰ ਤੇ। ਹਾਲੇਲੂਇਆ। ਉਹ ਵੱਖਰੀ ਆਸ਼ੀਸ਼ ਹੋਊ ਤੁਹਾਡੀ। ਹੁਣ ਤੁਹਾਡੇ ਸਿਰ ਤੇ ਆ ਵੀ ਕਿੰਨੀ ਤੁਸੀਂ ਮਿਹਨਤ ਕਰਦੇ ਆ। ਉਹਦੀਆਂ ਆਸ਼ੀਸ਼ਾਂ 'ਚ ਘਾਟਾ ਨਹੀਂ ਹੈਗਾ, ਬਰਕਤਾਂ 'ਚ ਘਾਟਾ ਨਹੀਂ, ਪਰ ਸਾਡੀ ਹਿੰਮਤ ਆ ਵੀ ਅਸੀਂ ਕੀ ਕਰਦੇ ਆ। ਅਸੀਂ ਕੀ ਕਰਦੇ ਆ, ਅਸੀਂ ਕਿੰਨਾ ਜ਼ੋਰ ਮਾਰਦੇ ਆ। ਸ਼ਨੀਵਾਰ ਨੂੰ ਤਿਆਰੀ ਕਰਿਆ ਕਰੋ। ਜਿਹੜਾ ਸ਼ਨੀਵਾਰ ਦਾ ਦਿਨ ਆ ਨਾ, ਤਿਆਰੀ ਵਾਲਾ ਦਿਨ ਆ। ਉਹ ਸ਼ਨੀਵਾਰ ਦਾ ਦਿਨ ਕਿਹੜਾ ਆ? ਇਸਰਾਇਲੀ ਲੋਕ ਸ਼ਨੀਵਾਰ ਨੂੰ ਤਿਆਰੀ ਕਰ ਲੈਂਦੇ ਸੀ ਵੀ ਕੱਲ ਨੂੰ ਸਬਤ ਆ, ਕੱਲ ਨੂੰ ਨਹੀਂ ਕੁਛ ਵੀ ਕਰਨਾ। ਹਾਲੇਲੂਇਆ। ਕੱਲ ਨੂੰ ਕੁਛ ਨਹੀਂ ਕਰਨਾ। ਸਵੇਰ ਨੂੰ ਉੱਠੋ, ਨਹਾਓ ਧੋ, ਚਾਹ ਪਾਣੀ ਨਾਲ ਕੁਛ ਖਾ ਕੇ ਆ ਜਾਓ ਰੱਬ ਦੇ ਘਰ 'ਚ। ਇੱਕ ਵੱਖਰਾ ਹੀ ਹਿਸਾਬ ਤੁਹਾਡਾ ਸ਼ੁਰੂ ਹੋ ਜਾਓ ਆਸ਼ੀਸ਼ਾਂ ਦਾ। ਇਹ ਨਹੀਂ ਵੀ ਆਪਾਂ 10 ਵਜੇ ਆਉਣਾ ਆ। ਮੇਰੀ ਕੋਸ਼ਿਸ਼ ਹੁੰਦੀ ਆ ਵੀ ਹੁਣ
मैं अपना इदां दा बनाया भी 8 सवा 8 बजे आके मैं बह जाना हुंदा ते प्रार्थना करदा किहनां लई तुहाडे लई प्रेयर करदा हालेलुया तुहाडे लई प्रार्थना करदा भी प्रभु तेरे बच्चों ने आउणा ते अज तेरे बच्चे खाली ना जाण अज आशीष लैके जाण ते जीवन बदल के जाण अज चंगियाई लैके जाण अज पवित्र आत्मा की भरपूरी लैके जाण लगदी समझ सब्बत का दिन छुट्टी वाला दिन टाइम ना उठ के सवेर नूं तैयार को नहा धो के चाह पानी पी के आ जाओ बह जाओ करो प्रार्थना जिन्नी हुंदी करो जिन्नी हुंदी प्रार्थना जो कुछ अज तक मिलिया नहीं परमेश्वर तुहानूं वो आशीषां जिहड़ियां दे के तुहानूं दिखाऊगा आपे ही तुहाडीआं गवाहियां खड़ियां होणगीਆਂ आपे ही तजर्बे होणगे तुसीं भी बदल गया सारा कुछ प्रभु ने बदल दिता जीवन भी बदल दिता सारा कुछ बदल दिता हालेलुया हालेलुया जोर मारन वाले आशीषां लै लैंदे ते हुण थोड़ा समा आपां पवित्र आत्मा लई प्रार्थना करनी है अखां बंद कर लो बाइबलां बंद कर लो थोड़ा समा पवित्र आत्मा लई प्रार्थना करांगे दिल खोल के कहानी प्रार्थना चुप करके नहीं बहना जे तुसीं चाहुंदे ना अज ही मिल जावे जे तुसीं चाहुंदे अज ही गैर जवान मिल जावे जे तुसीं चाहुंदे अज ही गैर जवान मिल जाए नहीं मिली अगे पवित्र आत्मा नहीं मिलिया अज मिल जावे तो दिल खोल दिओ दिल इक्को ही प्रार्थना करे प्रभु अपने पुत्र आत्मा नाल भर दिओ इक्को ही प्रार्थना करो भर दिओ प्रार्थना जेड़ा गोडे ला सकदा ला लवे जेदे नहीं लगदे उदां ही बह जावे ओह जेड़ा गोडे पर नहीं बह सकदा बह लवे हाथ अड़ लो उपर ला दो जोर ताकि परमेश्वर अज भर देवे पुत्र आत्मा नाल पाते कूदे दिन बाग मिल जाए अज सारियां नूं करनेलियस दे घर दे विच जिवें पतरस ने प्रचार किया वो जेड़े पहली बार भी आए सी वो भी भर गए पुत्र आत्मा दे नाल अज मैं बेनती करदा पिता परमेश्वर आज जेड़े तेरे बच्चे पहली बार भी आए आ जिन्हां ने आत्मा का अनुभव नहीं महसूस किया अज वो भी अनुभव करके जान मसा दा आज पवित्र आत्मा ना भर के जान हो भी आज भर के जान मसा ना आज भर के जान आज पवित्र आत्मा जी छू लो सारियां नूं आज छू लो कृपा करके आज दाखिल हो जाओ सारे जीवना च आज कोई रह ना जावे आज पवित्र आत्मा तो बांझिया रह ना जावे कोई आज भर के जान सारे ही पांते कोदे दिन ते तुसी अपने आत्मा नूं सारियां ते बहा दिता पुत्र आत्मा ना भर दिओ अज दी दोपहर पुत्र आत्मा नाल भरन दी आ अज दी दोपहर भरन दी आ अज उन्हें आकाश खोल दिता आ तुसी दिल खोल दिओ आकाश खोलता आ उन्हें आकाश खोल दिता प्रभु यीशु मसीह वांग ओदा आत्मा आ गया दाखिल होने लई ओदा आत्मा प्रवेश कर लई आ गया ओदा आत्मा तुहाडे च दाखिल होने लई आ गया ओदा आत्मा आ गया दाखिल होने लई ओदा आत्मा आ गया दाखिल होने लई ओदा आत्मा आ गया काम कर लई ओदा आत्मा आ गया काम कर लई ओदा आत्मा आ गया आग उतर आई अग प्रवेश होने लई जा रही अग प्रवेश होने लई जा रही अग उतर आई अग दियां जीबा उतर आई अज पाते कूदे दिन वांग उतर आई अज पाते कूदे दिन वांग अग उतर आई अग ना भर के आया भवन अग ना भर के आया भवन भर के आया अग ना भर के आया अग ना खोल दिओ दिलां नूं ग्रहण कर लो पुत्र आत्मा ग्रहण कर लो चंगियाई देने लिए भी आ गया आनंद देने लिए भी आ गया शांति देने लिए आ गया वो पाप के बंधन खोलने लिए आ गया वो मांदगी के बंधन खोलने लिए आ गया खोल दिओ दिल खोल दिओ बहा दिओ अपना पुत्र आत्मा दाखिल हो पुत्र आत्मा जी कृपा करके दाखिल हो कृपा करके दाखिल हो